डेरे के अंदर जिन्नियां भी कुड़ियां साधवियां बन के रह रही ने उन्हां दे नाल किस तरीके नाल डेरे का मुखी जिहड़ा है उन्हां नाल जबर जनाह कर रहा है, उन्हां दा जिस्मानी शोषण कर रहा है। ये सारियां घटनावां सिलसिलेवार साडे फादर अपने अखबार के राही छाप रहे सन। उन्हां दे विच घटनावां दे विच लगातार इस चिट्ठी का जिक्र आ रहा सी। गुरु ग्रंथ साहब जी दी सिक्ख्यावां ये कहिंदियां ने कि सब सिखन को हुक्म है गुरु मान्यो ग्रंथ। तो 10 गुरुआं तो बाद जे कोई गुरु है तो गुरु ग्रंथ साहब है, कोई देहधारी जिहड़ा है वो गुरु नहीं हो सकता। ये सारियां जिहड़ियां चीज़ां सन किते ना किते इशारा कर रही सन कि साडे फादर ते, क्योंकि वो रेगूलर पब्लिश कर रहे सी। शहर के बहुत सारे लोगों को भी एक खदशा सी, उन्होंने फ्रेंड सर्कल में भी, कि क्योंकि डेरे सच्चे सौदे का आतंक साडे शहर दे विच पहला तो सी। साजिश जिहड़ी है, साडा ये आरोप सी कि साजिश डेरे के अंदर रची गई। डेरे का मुखिया ये शामिल है गुरमीत राम रहीम, लेकिन स्टेट गौरमेंट जिहड़ी है वो किते ना किते दबाव पा रही सी, उन्होंने बचाने के लिए उन्हें शील्ड कर रही सी। देखो जी, साडे फादर का मर्डर होया और मर्डर करने वाले जिहड़ा अदारा सी सच्चा सौदा, जिहदा कि टैरर सी इस एरिए दे विच, आम बंदा उहदे खिलाफ छेती जने जबान नहीं सी खोलदा। जे कोई खोलदा सी तां उहदा अंजाम लोकां नूं पता है कि की हुंदा है। लेकिन उन्हां दे नां ते राजनीति करन वाला जिहड़ा पार्टी सी अकाली दल, ਉਹ ਉਹਨਾਂ ਦੇ ਨੁਮਾਇੰਦੇ ਵੀ ਜਦੋਂ ਇੱਥੇ ਵੋਟਾਂ ਦੇ ਲਾਲਚ 'ਚ ਆ ਕੇ ਡੇਰੇ ਸੱਚੇ ਸੌਦੇ ਮੁਖੀ ਦੇ ਗੋਡੇ ਫੜਦੇ ਰਹੇ ਤਾਂ ਇਦੋਂ ਵੱਡੀ ਮਤਲਬ ਹੋਰ ਜਿਹੜੀ ਹੈ ਉਹ ਹੈਰਾਨੀਜਨਕ ਗੱਲ ਨਹੀਂ ਹੋ ਸਕਦੀ। ਇਹੋ ਜਿਹੇ ਡੇਰਿਆਂ ਤੋਂ ਜਿਨ੍ਹਾਂ ਨੇ ਪਖੰਡ ਦੇ ਨਾਂ ਤੇ, ਅੰਧ ਆਸਥਾ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕੀਤਾ, ਲੋਕਾਂ ਦਾ ਸ਼ੋਸ਼ਣ ਕੀਤਾ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਐਕਸਪਲੋਇਟ ਕੀਤਾ, ਉਹਨਾਂ ਦੇ ਜਵਾਨ ਪੁੱਤਰਾਂ ਨੂੰ ਨਪੁੰਸਕ ਬਣਾ ਕੇ ਉਹਨਾਂ ਨੂੰ ਕਿਤੋਂ ਜੋਗਾ ਨਾ ਛੱਡਿਆ, ਤਾਂ ਅਜਿਹੇ ਡੇਰਿਆਂ ਤੋਂ, ਅਜਿਹੇ ਮੁਖੀਆਂ ਤੋਂ ਬਚੋ। ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਮੈਂ ਗੁਰਨਾਮ ਸਿੰਘ ਬਿਲਗਾ ਤੇ ਇਸ ਵਕਤ ਹਰਿਆਣਾ ਦੇ ਬਹੁਤ ਚਰਚਿਤ ਸ਼ਹਿਰ ਸਿਰਸਾ ਵਿਖੇ ਮੌਜੂਦ ਹਾਂ। 2002 ਦੀਆਂ ਘਟਨਾਵਾਂ ਨੂੰ ਜਦੋਂ ਯਾਦ ਕਰਦੇ ਹਾਂ ਤਾਂ 2002 ਦੀਆਂ ਘਟਨਾਵਾਂ ਦੇ ਚੜ੍ਹਦੇ ਸਾਲ ਵਿੱਚ ਹੀ ਸਿਰਸਾ ਦੇ ਇੱਕ ਡੇਰਾ ਮੁਖੀ ਦੇ ਖਿਲਾਫ ਇੱਕ ਗੁੰਮਨਾਮ ਪੱਤਰ ਲੋਕਾਂ ਵਿੱਚ ਸਰਕੂਲੇਟ ਹੁੰਦਾ ਆ, ਤੇ ਉਸ ਗੁੰਮਨਾਮ ਪੱਤਰ 'ਤੇ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਜੀ ਨੇ ਉਸ ਚਿੱਠੀ ਨੂੰ ਆਪਣੇ ਲੇਖ ਵਿੱਚ ਛਾਪਿਆ। ਉਸ ਤੋਂ ਬਾਅਦ ਇੱਕ ਵੱਡਾ ਬਵਾਲ ਮਚਦਾ ਆ, ਸਾਰੇ ਆਸੇ-ਪਾਸੇ ਏਰੀਏ ਦੇ ਵਿੱਚ ਇੱਕ ਸਨਸਨੀ ਫੈਲਦੀ ਆ, ਤੇ ਜਿਸ ਡੇਰਾ ਮੁਖੀ ਦੇ ਖਿਲਾਫ ਇਹ ਪੱਤਰ ਦੀਆਂ ਲਿਖਤਾਂ ਲਿਖੀਆਂ ਗਈਆਂ ਸਨ, ਲੇਖ ਲਿਖਿਆ ਗਿਆ ਸੀ, ਉਹਨਾਂ ਡੇਰਾ ਪ੍ਰੇਮੀਆਂ ਨੇ ਆਸੇ-ਪਾਸੇ ਉਸ ਪੱਤਰ ਦੇ ਨਾਲ ਜੁੜੀਆਂ ਹੋਈਆਂ ਲੇਖਕਾਂ ਨੂੰ, ਜੁੜੀਆਂ ਹੋਈਆਂ ਸ਼ਖਸੀਅਤਾਂ ਨੂੰ ਜਿਸ ਤਰ੍ਹਾਂ ਟਾਰਗੇਟ ਕਰਨਾ ਸ਼ੁਰੂ ਕੀਤਾ, ਤੇ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਇੱਥੇ ਗੌਰਮੈਂਟ ਦਾ ਰਾਜ ਨਹੀਂ ਚੱਲ ਰਿਹਾ, ਇੱਕ ਡੇਰਾ ਮੁਖੀ ਦਾ ਰਾਜ ਇਸ ਸ਼ਹਿਰ ਦੇ ਵਿੱਚ ਚੱਲ ਰਿਹਾ। ਅਸੀਂ ਗੱਲ ਕਰ ਰਹੇ ਹਾਂ ਰਾਮਚੰਦਰ ਛਤਰਪਤੀ ਜੀ ਦੀ, ਜਿਨ੍ਹਾਂ ਦੀ ਕਿ 2002 ਦੇ ਸ਼ੁਰੂਆਤੀ ਦੌਰ ਤੋਂ ਲੈ ਕੇ 2002 ਦੇ ਨਵੰਬਰ ਦੇ ਵਿੱਚ ਹੱਤਿਆ ਹੋ ਜਾਂਦੀ ਆ। ਲਗਭਗ 15 ਸਾਲ ਦੀ ਵੇਟ ਤੋਂ ਬਾਅਦ ਜਦੋਂ ਪਰਿਵਾਰ ਨੂੰ ਕੋਰਟ ਨੇ ਇਨਸਾਫ ਦਿੱਤਾ, ਤੇ ਉਸ ਇਨਸਾਫ ਤੋਂ ਬਾਅਦ ਭਾਰਤ ਦੇ ਲੋਕਤੰਤਰ ਦੇ ਵਿੱਚ, ਭਾਰਤ ਦੇ ਅਦਾਲਤੀ ਸਿਸਟਮ ਦੇ ਵਿੱਚ ਲੋਕਾਂ ਦਾ ਫਿਰ ਤੋਂ ਵਿਸ਼ਵਾਸ ਜਾਗ ਗਿਆ। ਸਾਡੇ ਨਾਲ ਅੰਸ਼ਲ ਛਤਰਪਤੀ ਜੀ, ਉਹਨਾਂ ਦੇ ਲੜਕੇ ਸ਼੍ਰੀ ਰਾਮਚੰਦਰ ਛਤਰਪਤੀ ਜੀ ਦੇ ਮੌਜੂਦ ਹਨ। ਉਹਨਾਂ ਨਾਲ ਕਰਦੇ ਹਾਂ ਗੱਲਬਾਤ, ਉਹਨਾਂ ਤੋਂ ਸਾਰਾ ਪਤਾ ਕਰਦੇ ਹਾਂ ਵੀ ਇਹ ਵਿਵਾਦ, ਇਹ ਘਟਨਾ ਕਿੱਥੋਂ ਸ਼ੁਰੂ ਹੋਈ ਤੇ ਕਿੱਦਾਂ ਅੰਜਾਮ ਤੱਕ ਪਹੁੰਚੀ, ਤੇ ਅੰਜਾਮ ਤੋਂ ਬਾਅਦ ਅੱਜ ਡੇਰਾ ਮੁਖੀ ਜੇ 3 ਸਾਲ ਤੋਂ ਉੱਪਰ ਦੀ ਜੇਲ੍ਹ ਦੇ ਵਿੱਚ ਸਜ਼ਾ ਵੀ ਕੱਟ ਰਿਹਾ, ਤੇ ਇਸ ਵੇਲੇ ਸਿਰਸਾ ਸ਼ਹਿਰ ਦੇ ਕੀ ਹਾਲਾਤ
ਹਾਲਾਤ ਨੇ, ਉਹਨਾਂ ਦੇ ਪਰਿਵਾਰ ਤੇ ਇਸ ਵੇਲੇ ਕਿੱਦਾਂ ਦੀਆਂ ਦੁਬਾਰਾ ਕੋਈ ਥ੍ਰੈਟ ਆ ਰਹੇ ਨੇ, ਪਰਿਵਾਰ ਨੂੰ ਦੁਬਾਰਾ ਕਿਹੜੀ ਗੱਲ ਦੇ ਵਿੱਚ ਇਸ ਵੇਲੇ ਜੂਝਣਾ ਪੈ ਰਿਹਾ, ਇਹ ਸਾਰੀ ਗੱਲਬਾਤ ਕਰਾਂਗੇ ਅੰਸ਼ਲ ਛਤਰਪਤੀ ਜੀ ਦੇ ਨਾਲ। ਅੰਸ਼ਲ ਛਤਰਪਤੀ ਜੀ, ਤੁਹਾਡਾ ਨਿੱਘਾ ਸਵਾਗਤ ਜੀ। ਧੰਨਵਾਦ ਜੀ, ਬਹੁਤ ਬਹੁਤ। ਮੈਂ ਤੁਹਾਡੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਧੰਨਵਾਦ ਕਰਦਾ, ਅਤੇ ਤੁਹਾਡਾ ਵੀ ਬੜਾ ਧੰਨਵਾਦ। ਤੁਸੀਂ ਅੱਜ ਸਾਡੇ ਸਰਸੇ ਦੀ ਧਰਤੀ 'ਤੇ ਆਏ ਹੋ, ਅਤੇ ਇੱਕ ਵਧੀਆ ਤੁਹਾਡਾ ਨਿੱਘਾ ਸਵਾਗਤ ਜੀ ਹੈ। ਅੰਸ਼ਲ ਜੀ, ਆਪਾਂ ਗੱਲ ਕਰਦੇ ਕਿ ਵੈਸੇ ਤਾਂ ਅਖਬਾਰਾਂ ਵਿੱਚ, ਚੈਨਲਾਂ 'ਤੇ ਜਦੋਂ ਇਹ ਘਟਨਾ ਵਾਪਰਦੀ ਤਾਂ ਬੜਾ ਕੁਛ ਛਪ ਗਿਆ, ਪਰ ਹੁਣ ਵਾਲੀ ਜੇ ਆਪਾਂ ਕਹਿ ਦਈਏ ਸੋ ਨਵੀਂ ਜਨਰੇਸ਼ਨ ਜਿਹੜੀ ਆ 15-18 ਸਾਲ ਦਾ, 20-22 ਸਾਲ ਦਾ, ਤਕਰੀਬਨ 20 ਸਾਲ ਦਾ ਸਮਾਂ ਬੀਤ ਗਿਆ। ਕਿੱਥੋਂ ਇਹ ਘਟਨਾ ਸ਼ੁਰੂ ਹੁੰਦੀ ਜਦੋਂ ਸ਼੍ਰੀ ਰਾਮ ਚੰਦਰ ਤੁਹਾਡੇ ਪਿਤਾ ਜੀ ਇਸ ਘਟਨਾ ਦੇ ਨਾਲ ਜੁੜਦੇ ਨੇ? ਇਸ ਘਟਨਾ ਤੋਂ ਬਾਅਦ ਜਦੋਂ ਘਟਨਾ ਲੋਕਾਂ ਵਿੱਚ ਜਾਂਦੀ ਆ ਤੇ ਲੋਕਾਂ ਦਾ ਕੀ ਰਿਐਕਸ਼ਨ ਸੀਗਾ? ਕਿੱਥੋਂ ਇਹ ਵਿਵਾਦ ਸ਼ੁਰੂ ਕਿੱਥੋਂ ਹੋਇਆ ਸੀਗਾ? ਇਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਦੋਂ 2002 ਦੇ ਵਿੱਚ ਇੱਕ ਅਨੋਨੀਮਸ, ਇੱਕ ਗੁੰਮਨਾਮ ਲੈਟਰ ਆਇਆ ਜੀ, ਜਿਹੜਾ ਕਿ ਡੇਰਾ ਸੱਚਾ ਸੌਦਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਡੇਰੇ ਦੀ ਹੀ ਇੱਕ ਸਾਧਵੀ ਨੇ ਲਿਖਿਆ ਸੀ, ਔਰ ਉਹਦੇ ਵਿੱਚ ਉਹਨੇ ਆਪਣੀ ਪਛਾਣ ਜਿਹੜੀ ਹੈ ਉਹ ਜ਼ਾਹਰ ਨਹੀਂ ਕੀਤੀ। ਉਹਨੇ ਆਪਣੇ ਆਪ ਨੂੰ ਗੁੰਮਨਾਮ ਦੱਸਿਆ। ਉਹਨੇ ਇਹ ਦੱਸਿਆ ਕਿ ਡੇਰੇ ਦੇ ਅੰਦਰ ਜਿੰਨੀਆਂ ਵੀ ਕੁੜੀਆਂ ਸਾਧਵੀਆਂ ਬਣ ਕੇ ਰਹਿ ਰਹੀਆਂ ਨੇ, ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਡੇਰੇ ਦਾ ਮੁਖੀ ਜਿਹੜਾ ਹੈ ਉਹ ਉਹਨਾਂ ਨਾਲ ਜਬਰ ਜਨਾਹ ਕਰ ਰਿਹਾ ਹੈ, ਉਹਨਾਂ ਦਾ ਜਿਸਮਾਨੀ ਸ਼ੋਸ਼ਣ ਕਰ ਰਿਹਾ ਹੈ, ਔਰ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਡੇਰੇ ਦੇ ਅੰਦਰ ਹੋ ਰਹੇ ਜਿਹੜੀਆਂ ਕਰਤੂਤਾਂ ਸਨ, ਉਹਨਾਂ ਦੇ ਉੱਪਰ ਉਸ ਲੈਟਰ ਦੇ ਵਿੱਚ ਚਾਨਣਾ ਪਾਇਆ ਉਸ ਕੁੜੀ ਨੇ। ਔਰ ਉਹ ਲੈਟਰ ਜਦੋਂ ਮਈ 2002 ਦੇ ਵਿੱਚ ਆਇਆ, 13 ਮਈ 2002 ਨੂੰ, ਤਾਂ ਉਸ ਲੈਟਰ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ ਸ਼ਹਿਰ ਦੇ ਵਿੱਚ, ਸਾਡੇ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ, ਅਲੱਗ-ਅਲੱਗ ਥਾਈਂ। ਉਹਨਾਂ ਘਟਨਾਵਾਂ ਨੂੰ ਹੀ ਸਾਡੇ ਫਾਦਰ ਨੇ ਲਗਾਤਾਰ ਆਪਣੇ ਅਖਬਾਰ ਪੂਰਾ ਸੱਚ ਦੇ ਰਾਹੀਂ ਲੋਕਾਂ ਦੇ ਵਿੱਚ ਲਿਆਂਦਾ। ਸਭ ਤੋਂ ਪਹਿਲਾਂ ਸਰਸੇ ਦੇ ਵਿੱਚ ਇੱਕ ਕੋਈ ਘਟਨਾ ਵਾਪਰੀ, ਕਿਸੇ ਸਾਈਕਲ ਵਾਲੇ ਦੇ ਨਾਲ ਕੁਝ ਟੱਕਰ ਹੋਈ ਕਾਰ ਵਾਲੇ ਦੀ, ਜਿਹੜਾ ਕਿ ਕਾਰ ਵਾਲਾ ਜਿਹੜਾ ਹੈ ਉਹ ਡੇਰੇ ਸੱਚੇ ਸੌਦੇ ਨਾਲ ਜੁੜਿਆ ਹੋਇਆ ਸੀ ਔਰ ਇਹਨਾਂ ਦੀ ਕਮੇਟੀ ਦਾ ਮੈਂਬਰ ਸੀ ਜਾਂ ਕੌਣ ਸੀ। ਉਸ ਘਟਨਾ ਤੋਂ ਬਾਅਦ ਉਹ ਕਾਹ ਸੁਣੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਹਿਸਬਾਜ਼ੀ ਜਿਹੜੀ ਹੈ ਉਹ ਝਗੜੇ 'ਚ ਬਦਲ ਗਈ, ਔਰ ਉੱਥੇ ਹੀ ਕਰਦੇ ਕਰਦੇ ਉਹ ਲੈਟਰ ਦਾ ਜ਼ਿਕਰ ਆਇਆ, ਔਰ ਉਸ ਸਾਰੀ ਘਟਨਾ ਨੂੰ ਸਾਡੇ ਫਾਦਰ ਨੇ ਆਪਣੀ ਸਟੋਰੀ ਦਾ ਜ਼ਰੀਆ ਬਣਾਇਆ, ਔਰ ਉਹਦੇ ਵਿੱਚ ਮਤਲਬ ਉਹਨਾਂ ਨੇ ਇੱਕ ਬਾਕਸ ਛਾਪਿਆ ਉਸ ਸਟੋਰੀ ਦੇ ਵਿੱਚ, ਜਿਹਦੇ ਵਿੱਚ ਲਿਖਿਆ ਕਿ ਧਰਮ ਕੇ ਨਾਮ ਪਰ ਕੀਏ ਜਾ ਰਹੇ हैं ਸਾਧਵੀਆਂ ਕੇ ਜੀਵਨ ਬਰਬਾਦ। ਇਸ ਤਰ੍ਹਾਂ ਦੀ ਉਹ ਇੱਕ ਲੇਖ ਸੀ ਉਹਨਾਂ ਦਾ। ਤਾਂ ਪਹਿਲੀ ਵਾਰ ਜਿਹੜਾ 30 ਮਈ 2002 ਨੂੰ ਉਹਨਾਂ ਨੇ ਆਪਣੇ ਪਹਿਲੇ ਲੇਖ ਦੇ ਵਿੱਚ ਇਸ ਘਟਨਾ ਦਾ, ਇਸ ਗੁੰਮਨਾਮ ਪੱਤਰ ਦੇ ਰਾਹੀਂ ਜਿਹੜਾ ਉਸ ਲੜਕੀ ਨੇ ਦੱਸਿਆ, ਉਹਦਾ ਉਹਨਾਂ ਨੇ ਜ਼ਿਕਰ ਕੀਤਾ। ਉਸ ਤੋਂ ਬਾਅਦ ਇੱਕ ਘਟਨਾ ਫਤਿਆਬਾਦ ਸ਼ਹਿਰ ਦੇ ਵਿੱਚ ਵਾਪਰੀ, ਜਿਹਦੇ ਵਿੱਚ ਲੇਖਾ ਜੋਖਾ ਅਖਬਾਰ ਸੀ, ਉਹਨਾਂ ਨੇ ਵੀ ਇਸ ਘਟਨਾ ਦਾ ਜ਼ਿਕਰ ਕੀਤਾ ਆਪਣੇ ਅਖਬਾਰ 'ਚ। ਉਸ ਅਖਬਾਰ ਦੇ ਦਫ਼ਤਰ ਨੂੰ ਭੰਨ ਤੋੜ ਦਿੱਤਾ ਗਿਆ। ਉਹਦੇ ਨਿਊਜ਼ ਐਡੀਟਰ ਨੂੰ ਜਾਨੋਂ ਮਾਰਨ ਵਾਸਤੇ ਡੇਰਾ ਦੇ ਪ੍ਰੇਮੀਆਂ ਨੇ ਕੋਸ਼ਿਸ਼ਾਂ ਕੀਤੀਆਂ, ਔਰ ਉਸ ਘਟਨਾ ਨੂੰ ਲੈ ਕੇ ਸਾਡੇ ਫਾਦਰ ਨੇ ਕਾਫੀ ਦਿਨਾਂ ਤੱਕ ਲਗਾਤਾਰ ਉਹਦਾ ਵੀ ਮਗਰਾ ਕੀਤਾ। ਰਤੀਏ ਦੇ ਵਿੱਚ ਫੋਟੋ ਸਟੇਟ ਦੀਆਂ ਦੁਕਾਨਾਂ ਵਾਲੇ ਜਿਹੜੇ ਸਨ ਉਹਨਾਂ ਨਾਲ ਮਾਰ ਕੁਟਾਈ ਕੀਤੀ ਗਈ, ਉਹਨਾਂ ਦੀਆਂ ਦੁਕਾਨਾਂ ਭੰਨੀਆਂ ਗਈਆਂ, ਫੋਟੋ ਸਟੇਟ ਮਸ਼ੀਨਾਂ ਤੋੜੀਆਂ ਗਈਆਂ। ਉਹਨਾਂ 'ਤੇ ਵੀ ਇਹੀ ਆਰੋਪ ਸੀ ਕਿ ਉਹ ਉਸ ਲੈਟਰ ਦੀਆਂ, ਗੁੰਮਨਾਮ ਪੱਤਰ ਦੀਆਂ ਫੋਟੋ ਕਾਪੀਆਂ ਕਰਕੇ ਅਖਬਾਰ 'ਚ ਸ਼ਹਿਰ 'ਚ ਵੰਡ ਰਹੇ ਨੇ ਲੋਕਾਂ ਨੂੰ। ਉਦੋਂ ਬਾਅਦ ਡੱਬਵਾਲੀ ਦੇ ਵਿੱਚ ਤਰਕਸ਼ੀਲਾਂ 'ਤੇ ਵੀ ਹਮਲਾ ਹੋਇਆ। ਇੱਕ ਸਕੂਲ ਦੇ ਵਿੱਚ ਉਹਨਾਂ ਦੇ ਉੱਪਰ ਇਹ ਆਰੋਪ ਸੀ ਵੀ ਉਹ ਸਕੂਲ ਦੇ ਵਿੱਚ ਮੀਟਿੰਗ ਕਰ ਰਹੇ ਨੇ ਤਰਕਸ਼ੀਲ, ਔਰ ਉਸ ਮੀਟਿੰਗ ਦੇ ਵਿੱਚ ਉਹ ਉਸੇ ਗੁੰਮਨਾਮ ਪੱਤਰ ਦਾ ਜ਼ਿਕਰ ਕੀਤਾ ਉਹਨਾਂ ਨੇ, ਤਰਕਸ਼ੀਲਾਂ ਨੇ, ਔਰ ਉਹਦੀਆਂ ਕਾਪੀਆਂ ਜਿਹੜੀਆਂ ਉਹ ਵੰਡਣ ਦਾ ਜ਼ਿਕਰ ਕੀਤਾ। ਔਰ ਤਰਕਸ਼ੀਲਾਂ 'ਤੇ ਇਹੀ ਆਰੋਪ ਸੀ ਕਿ ਉਹ ਡੇਰੇ ਦੇ ਖਿਲਾਫ ਇੱਕ ਮੁਹਿੰਮ ਵਿੱਢ ਰਹੇ ਨੇ, ਜਿਸ ਕਰਕੇ ਉਹਨਾਂ ਨਾਲ ਵੀ ਮਾਰ ਕੁਟਾਈ ਕੀਤੀ ਗਈ। ਉਸ ਘਟਨਾ ਦਾ ਵੀ ਸਾਡੇ ਫਾਦਰ ਨੇ ਆਪਣੀ ਅਖਬਾਰ ਵਿੱਚ ਉਹਨੂੰ ਛਾਪਿਆ, ਔਰ ਉਸ ਤੋਂ ਬਾਅਦ ਇੱਕ ਵਕੀਲ ਦੇ ਚੈਂਬਰ ਦਾ ਤਾਲਾ ਤੋੜਿਆ ਗਿਆ। ਉਹਦੇ ਉੱਪਰ ਵੀ ਇਹੀ ਬਲੇਮ ਸੀ ਕਿ ਉਹ ਆਪਣੇ ਚੈਂਬਰ ਦੇ ਵਿੱਚ ਉਸ ਲੈਟਰ ਦੀਆਂ ਕਾਪੀਆਂ ਰੱਖੀ ਬੈਠਾ ਔਰ ਲੋਕਾਂ ਨੂੰ ਪੜ੍ਹਾਉਂਦਾ ਹੈ, ਵਿਖਾਉਂਦਾ ਹੈ, ਵੰਡਦਾ ਹੈ। ਸਾਡੇ ਸ਼ਹਿਰ ਦੇ ਵਿੱਚ ਇੱਕ ਕੌਫੀ ਸ਼ਾਪ ਵਾਲੇ ਸਨ ਰਮੇਸ਼ ਸੇਠੀ ਜੀ, ਉਹਨਾਂ ਨਾਲ ਵੀ ਮਾਰ ਕੁਟਾਈ ਕੀਤੀ ਗਈ। ਉਹ ਕਈ ਦਿਨ ਤੱਕ ਨਦਾਰਦ ਰਹੇ, ਡਰ ਦੇ ਵਿੱਚ, ਘਬਰਾਹਟ ਦੇ ਵਿੱਚ ਰਹੇ। ਉਹਨਾਂ 'ਤੇ ਵੀ ਇਹੀ ਬਲੇਮ ਸੀ ਕਿ ਉਹ ਕਿਤੇ ਨਾ ਕਿਤੇ ਆਪਣੀ ਦੁਕਾਨ ਦੇ ਉੱਪਰ ਜਿਹੜੇ ਆਉਣ ਜਾਣ ਵਾਲਿਆਂ ਨੂੰ
ਉਹ ਚਿੱਠੀ ਪੜ੍ਹਾ ਰਹੇ ਨੇ। ਤਾਂ ਇਹ ਸਾਰੀਆਂ ਘਟਨਾਵਾਂ ਸਿਲਸਿਲੇਵਾਰ ਸਾਡੇ ਫਾਦਰ ਆਪਣੇ ਅਖਬਾਰ ਦੇ ਰਾਹੀਂ ਛਾਪ ਰਹੇ ਸਨ। ਉਹਨਾਂ ਦੇ ਵਿੱਚ ਘਟਨਾਵਾਂ ਦੇ ਵਿੱਚ ਲਗਾਤਾਰ ਉਹ ਇਸ ਚਿੱਠੀ ਦਾ ਜ਼ਿਕਰ ਆ ਰਿਹਾ ਸੀ, ਜਿਸ ਤੋਂ ਕਿਤੇ ਨਾ ਕਿਤੇ ਡੇਰੇ ਸੱਚੇ ਸੌਦੇ ਵਾਲਿਆਂ ਨੂੰ, ਉਹਨਾਂ ਦੀ ਮੈਨੇਜਮੈਂਟ ਨੂੰ, ਡੇਰੇ ਦੇ ਮੁਖੀ ਨੂੰ ਕਿਤੇ ਨਾ ਕਿਤੇ ਤਕਲੀਫ ਹੋ ਰਹੀ ਸੀ। ਉਸ ਤੋਂ ਬਾਅਦ ਸਾਡੇ ਫਾਦਰ ਨੂੰ ਵੀ ਥ੍ਰੈਟ ਆਉਣੇ ਸ਼ੁਰੂ ਹੋਏ। ਸਾਡੇ ਫਾਦਰ ਨੇ 2 ਜੁਲਾਈ 2002 ਨੂੰ SP ਸਿਰਸਾ ਨੂੰ ਇੱਕ ਲੈਟਰ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਕਿ ਪ੍ਰਾਰਥੀ ਇੱਕ ਜ਼ਿੰਮੇਵਾਰ ਨਾਗਰਿਕ ਹੈ, ਇੱਕ ਜ਼ਿੰਮੇਵਾਰ ਪੱਤਰਕਾਰ ਹੈ। ਇੱਕ ਜ਼ਿੰਮੇਵਾਰ ਪੱਤਰਕਾਰ ਹੋਣ ਦੇ ਨਾਤੇ ਔਰ ਆਪਣਾ ਪੱਤਰਕਾਰਤਾ ਧਰਮ ਨਿਭਾਉਣ ਦੇ ਨਾਤੇ ਆਪਣੀ ਅਖਬਾਰ ਦੇ ਵਿੱਚ ਉਹ ਡੇਰੇ ਸੱਚੇ ਸੌਦੇ ਨਾਲ ਰਿਲੇਟਡ ਜਿੰਨੀਆਂ ਵੀ ਖਬਰਾਂ ਨੇ ਉਹ ਲਗਾਤਾਰ ਉਹ ਛਾਪ ਰਹੇ ਨੇ। ਤੇ ਡੇਰੇ ਸੱਚੇ ਸੌਦੇ ਦੇ ਕੁਝ ਅਣਪਛਾਤੇ ਲੋਕ ਉਹਨਾਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਨੇ। ਉਹ ਉਸ ਲੈਟਰ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਫੋਨ 'ਤੇ ਵੀ ਕਿਵੇਂ ਧਮਕਾਇਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਵੇਂ 9 ਜੂਨ ਨੂੰ ਅਖਬਾਰ ਦੇ ਦਫ਼ਤਰ ਦੇ ਬਾਹਰ ਕੁਝ ਅਣਪਛਾਤੇ ਲੋਕ ਉਹਨਾਂ ਨੂੰ ਟੈਰਰਾਈਜ਼ ਕਰਨ ਆਏ। ਹੋਰ ਵੀ ਕਈ ਸਾਰੀਆਂ ਗੱਲਾਂ ਦਾ ਉਸ ਲੈਟਰ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਖਦਸ਼ਾ ਸੀ ਕਿ ਉਹਨਾਂ ਨੂੰ ਇਹ ਥ੍ਰੈਟ ਕੀਤਾ ਜਾ ਰਿਹਾ ਸੀ, ਔਰ ਉਹਦਾ ਜ਼ਿਕਰ ਉਹਨਾਂ ਨੇ SP ਸਿਰਸਾ ਨੂੰ ਕੀਤਾ। ਇਹ ਗੱਲ ਵੱਖਰੀ ਹੈ ਕਿ SP ਸਿਰਸਾ ਨੇ ਉਸ ਪੱਤਰ ਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ। ਲਗਾਤਾਰ ਇਹ ਚੀਜ਼ਾਂ ਚੱਲ ਰਹੀਆਂ ਸਨ। ਉਸ ਪੱਤਰ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਫੋਨ ਦੇ ਉੱਪਰ ਜਿਹੜਾ ਫੋਨ ਕਰਨ ਵਾਲਾ ਬੰਦਾ ਸੀ, ਉਹਨੇ ਕਿਹਾ ਕਿ ਜੇ ਸਿੱਧੇ ਰਸਤੇ ਨਾ ਆਇਆ ਤਾਂ ਲੇਖੇ ਜੋਖੇ ਵਾਲਾ ਲੇਖਾ ਲਾ ਲਈ, ਕਿਉਂਕਿ ਲੇਖਾ ਜੋਖਾ ਫਤਿਹਬਾਦ ਦਾ ਅਖਬਾਰ ਸੀ ਔਰ ਉਹਦੇ ਦਫ਼ਤਰ ਨੂੰ ਉਹਨਾਂ ਨੇ ਭੰਨਿਆ ਤੋੜਿਆ। ਤਾਂ ਉਹ ਤਰੀਕੇ ਨਾਲ ਉਹਨਾਂ ਨੂੰ ਇੱਕ ਤਰੀਕੇ ਨਾਲ ਥ੍ਰੈਟ ਕੀਤੀ ਗਈ ਕਿ ਸਿੱਧੇ ਰਸਤੇ ਨਾ ਆਇਆ ਤੇ ਲੇਖੇ ਜੋਖੇ ਵਾਲਾ ਲੇਖਾ ਲਾ ਲਈ, ਮਤਲਬ ਤੇਰਾ ਵੀ ਦਫ਼ਤਰ ਜਿਹੜਾ ਤੁਹਾਡਾ ਵੀ ਭੰਨ ਤੋੜ ਦਿਆਂਗੇ। ਉਹਨੂੰ ਇਸ ਤਰੀਕੇ ਦਾ ਇਹ ਥ੍ਰੈਟ ਸੀਗਾ। ਤਾਂ ਉਸ ਤੋਂ ਬਾਅਦ ਇਹ ਘਟਨਾਵਾਂ ਅੱਗੇ ਚੱਲਦੀਆਂ ਰਹੀਆਂ। ਉਹ ਜਿਹੜਾ ਗੁੰਮਨਾਮ ਪੱਤਰ ਸੀ ਜਿਹਦਾ ਜਿਸ ਤੋਂ ਇਹ ਸਾਰਾ ਘਟਨਾਕ੍ਰਮ ਸ਼ੁਰੂ ਹੋਇਆ। ਗੁੰਮਨਾਮ ਪੱਤਰ ਦੀ ਗੱਲ ਕਰ ਰਹੇ ਜਿਹੜੇ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ, ਉਹਨਾਂ ਦੇ ਨਾਂ ਤੇ ਲਿਖਿਆ ਗਿਆ ਸੀ, ਉਹੀ ਪੱਤਰ ਸੀ ਨਾ? ਬਿਲਕੁਲ ਉਹੀ ਪੱਤਰ ਸੀ। ਉਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਲਿਖਿਆ ਗਿਆ ਔਰ ਉਸ ਪੱਤਰ ਦੀਆਂ ਕਾਪੀਆਂ ਜਿਹੜੀਆਂ ਨੇ ਮਾਣਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਸੁਪਰੀਮ ਕੋਰਟ ਦੇ ਕੁਝ ਜੱਜਿਸ ਨੂੰ, DGP ਹਰਿਆਣਾ ਔਰ ਕਈ ਬਿਊਰੋਕਰੇਟਸ ਨੂੰ ਵੀ ਭੇਜੀ ਗਈ। ਤਾਂ ਇਸ ਤਰੀਕੇ ਨਾਲ ਉਹ ਜਦੋਂ ਪੱਤਰ ਜਿਹੜਾ ਹੈ ਮਾਣਯੋਗ ਹਾਈ ਕੋਰਟ ਨੂੰ ਉਹਦੀ ਕਾਪੀ ਕਿਉਂਕਿ ਗਈ ਸੀ, ਤਾਂ ਹਾਈ ਕੋਰਟ ਨੇ ਉਹਦਾ ਸੂਓ ਮੋਟੋ ਲੈਂਦਿਆਂ ਹੋਇਆਂ ਇੱਕ ਲੈਟਰ ਲਿਖਿਆ ਸਰਸੇ ਦੇ ਉਸ ਸਮੇਂ ਦੇ ਜਿਹੜੇ ਸੈਸ਼ਨ ਜੱਜ ਸਨ MS ਸੁੱਲਰ ਸਾਹਿਬ ਨੂੰ ਲੈਟਰ ਲਿਖਿਆ ਕਿ ਇਸ ਸਾਡੇ ਕੋਲ ਇਸ ਤਰ੍ਹਾਂ ਦਾ ਇੱਕ ਪੱਤਰ ਆਇਆ ਹੈ ਜਿਹਦੇ ਵਿੱਚ ਬੜੇ ਸਨਸਨੀਖੇਜ ਆਰੋਪ ਲੱਗੇ ਹੋਏ ਨੇ ਡੇਰਾ ਮੁਖੀ ਤੇ ਰਾਮ ਰਹੀਮ ਤੇ ਇਸ ਲੈਟਰ ਦੀ ਸੱਚਾਈ ਨਾਲ ਸਾਨੂੰ ਜਾਣੂ ਕਰਵਾਇਆ ਜਾਵੇ। ਤਾਂ ਸੁੱਲਰ ਸਾਹਿਬ ਨੇ ਜਿਹੜਾ ਉਸ ਤੋਂ ਬਾਅਦ ਇੱਕ ਰਿਪਲਾਈ ਕੀਤਾ ਸਾਡੇ ਮਾਣਯੋਗ ਹਾਈ ਕੋਰਟ ਨੂੰ ਕਿ ਇਹ ਬਹੁਤ ਵੱਡਾ ਅਦਾਰਾ ਹੈ, ਬਹੁਤ ਵੱਡਾ ਸਾਮਰਾਜ ਹੈ ਔਰ ਇਹਦੀ ਜਾਂਚ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ ਤਾਂ ਵਧੀਆ ਹੋਏਗਾ। ਬਾਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੋ ਡਾਊਟ ਕਿ ਹੋ ਵੀ ਸਕਦੀਆਂ ਨੇ, ਲੇਕਿਨ ਇਹਦੀ ਜਾਂਚ ਜਿਹੜਾ ਹੈ ਉਹ ਮੇਰੇ ਵੱਸ ਦੀ ਨਹੀਂ ਹੈ। ਚੰਗਾ ਇਹੀ ਹੋਵੇਗਾ ਕਿ ਕਿਸੇ ਸੁਤੰਤਰ ਏਜੰਸੀ ਤੋਂ ਇਸ ਡੇਰੇ ਦੀ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ। ਤਾਂ ਉਹਨਾਂ ਦੇ ਰਿਪਲਾਈ ਤੋਂ ਬਾਅਦ ਮਾਣਯੋਗ ਹਾਈ ਕੋਰਟ ਨੇ ਇਸ ਚਿੱਠੀ ਦੀ ਸੰਗਿਆਨ ਲੈਂਦਿਆਂ ਹੋਇਆਂ CBI ਇਨਵੈਸਟੀਗੇਸ਼ਨ ਦੇ ਆਰਡਰ ਕੀਤੇ ਸਨ ਸਪਟੈਂਬਰ 2002 ਦੇ ਵਿੱਚ। ਸਾਡੇ ਫਾਦਰ ਨੇ ਇਹ ਸਾਰੀਆਂ MS ਸੁੱਲਰ ਸਾਹਿਬ ਨਾਲ ਜਿਹੜੀ ਘਟਨਾ ਸੀ ਜਾਂ ਮਾਣਯੋਗ ਹਾਈ ਕੋਰਟ ਨੇ ਜਿਹੜਾ ਸੂਓ ਮੋਟੋ ਲੈ ਕੇ ਇਹਦੇ ਤੇ ਇਨਵੈਸਟੀਗੇਸ਼ਨ ਦੇ ਆਰਡਰ ਕੀਤੇ, ਇਹ ਸਾਰੀਆਂ ਘਟਨਾਵਾਂ ਵੀ ਉਹਨਾਂ ਨੇ ਉਹ ਵੀ ਛਾਪਦੇ ਰਹੇ। ਬਿਲਕੁਲ ਉਹ ਵੀ ਛਾਪਦੇ ਰਹੇ। ਇਨ ਦਾ ਮੀਨ ਟਾਈਮ ਕੀ ਹੋਇਆ ਕਿ ਪੰਜਾਬ ਤੋਂ MP ਸਾਹਿਬ ਸਨ ਜਗਮੀਤ ਬਰਾੜ ਜੀ, ਉਹ ਸਰਸੇ ਆਏ ਔਰ ਡੇਰੇ ਵਿਖੇ ਮੱਥਾ ਟੇਕਣ ਗਏ। ਤਾਂ ਉਦੋਂ ਬਾਅਦ ਉਹਨਾਂ ਨੇ ਸਰਸੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਸਾਡੇ ਫਾਦਰ ਨੇ ਉਸ ਪ੍ਰੈਸ ਕਾਨਫਰੰਸ ਵਿੱਚ MP ਸਾਹਿਬ ਨੂੰ ਸਵਾਲ ਪੁੱਛਿਆ ਕਿ ਤੁਸੀਂ ਅੱਜ ਡੇਰੇ ਆਏ ਹੋ, ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਡੇਰਾ ਸੱਚਾ ਸੌਦਾ ਤੇ ਉਹਦੇ ਮੁਖੀ ਤੇ ਜਿਹੜੇ ਆਰੋਪ ਲੱਗ ਰਹੇ ਨੇ, ਜੇ ਸੱਚ ਪਾਏ ਗਏ ਤਾਂ ਸੰਸਦ ਬਰਾੜ ਜਿਹੜਾ ਹੈ ਉਹ ਅਸਤੀਫਾ ਦੇ ਦੂਗਾ। ਸਾਡੇ ਫਾਦਰ ਨੇ ਇੱਕ ਸਪੈਸ਼ਲ ਇੰਟਰਵਿਊ ਕੀਤਾ ਬਰਾੜ ਸਾਹਿਬ ਦਾ। ਉਸ ਸਪੈਸ਼ਲ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਸਵਾਲ ਕੀਤਾ ਵੀ ਬਰਾੜ ਸਾਹਿਬ ਤੁਹਾਡਾ ਧਰਮ ਕੀ ਹੈ? ਤਾਂ ਬਰਾੜ ਸਾਹਿਬ ਪਹਿਲਾਂ ਤਾਂ ਉਹਦੇ ਤੋਂ ਬਚਣ ਵਾਸਤੇ ਕਹਿੰਦੇ ਮੇਰਾ ਧਰਮ ਜਿਹੜਾ ਹੈ ਉਹ ਭਾਰਤੀ ਹੈ।
ਤਾਂ ਫਾਦਰ ਨੇ ਕਿਹਾ ਨਹੀਂ ਤੁਸੀਂ ਇਲੈਕਸ਼ਨ ਲੜਿਆ ਤੇ ਇਲੈਕਸ਼ਨ ਦੇ ਵਿੱਚ ਨੋਮੀਨੇਸ਼ਨ ਫਾਰਮ ਦੇ ਵਿੱਚ ਇੱਕ ਕਾਲਮ ਹੁੰਦਾ ਜਿਹਦੇ ਵਿੱਚ ਸਾਨੂੰ ਆਪਣਾ ਧਰਮ ਲਿਖਣਾ ਪੈਂਦਾ ਤੇ ਉੱਥੇ ਤੁਸੀਂ ਆਪਣਾ ਰਿਲੀਜਨ ਕੀ ਭਰਿਆ। ਤਾਂ ਉਹ ਕਹਿੰਦੇ ਵੀ ਮੈਂ ਉੱਥੇ ਆਪਣਾ ਰਿਲੀਜਨ ਜਿਹੜਾ ਉਹ ਸਿੱਖ ਭਰਿਆ ਕਿ ਮੈਂ ਸਿੱਖ ਧਰਮ ਤੋਂ ਬਿਲੋਂਗ ਕਰਦਾ। ਤਾਂ ਸਾਡੇ ਫਾਦਰ ਨੇ ਆਖਿਆ ਵੀ ਜੇ ਤੁਸੀਂ ਸਿੱਖ ਧਰਮ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਪੀੜ੍ਹੀਆਂ ਤੋਂ ਡੇਰੇ ਸੱਚੇ ਸੌਦੇ ਨੂੰ ਤੇ ਡੇਰੇ ਦੇ ਮੁਖੀ ਨੂੰ ਆਪਣਾ ਗੁਰੂ ਮੰਨਦੇ ਹਾਂ। ਸਾਡੇ ਪੇਰੈਂਟਸ ਵੀ ਇੱਥੇ ਆਉਂਦੇ ਰਹੇ ਨੇ ਤੇ ਮੈਂ ਵੀ ਇਹਨਾਂ ਨੂੰ ਗੁਰੂ ਮੰਨਦਾ, ਮੈਂ ਇਸ ਕਰਕੇ ਇੱਥੇ ਸਿਰ ਝੁਕਾਉਣ ਆਇਆ ਡੇਰੇ ਸੱਚੇ ਸੌਦੇ ਵਿੱਚ। ਤਾਂ ਤੁਸੀਂ ਇਹ ਕਹਿੰਦੇ ਹੋ ਜੀ ਤੁਸੀਂ ਸਿੱਖ ਧਰਮ ਤੋਂ ਬਿਲੋਂਗ ਕਰਦੇ ਹੋ, ਤਾਂ ਸਿੱਖ ਧਰਮ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਇਹ ਕਹਿੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਇਹ ਕਹਿੰਦੀਆਂ ਨੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ 10 ਗੁਰੂਆਂ ਤੋਂ ਬਾਅਦ ਜੇ ਕੋਈ ਗੁਰੂ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਹੈ। ਕੋਈ ਦੇਹਧਾਰੀ ਜਿਹੜਾ ਹੈ ਉਹ ਗੁਰੂ ਨਹੀਂ ਹੋ ਸਕਦਾ। ਤੇ ਤੁਸੀਂ ਇਹ ਜੇ ਕਹਿ ਰਹੇ ਹੋ ਕਿ ਗੁਰਮੀਤ ਰਾਮ ਰਹੀਮ ਨੂੰ ਮੈਂ ਗੁਰੂ ਮੰਨਦਾ ਤੇ ਮੈਂ ਇਸ ਕਰਕੇ ਉੱਥੇ ਸੀਸ ਨਵਾਉਣ ਆਇਆ, ਤਾਂ ਕਿਉਂ ਜੇ ਕੱਲ ਨੂੰ ਅਕਾਲ ਤਖਤ ਸਾਹਿਬ ਤੇ ਜੇ ਤੁਹਾਨੂੰ ਤਨਖਈਆ ਘੋਸ਼ਿਤ ਕੀਤਾ ਜਾਏਗਾ ਤਾਂ ਫਿਰ ਤੁਸੀਂ ਉਹਦੇ ਲਈ ਤਿਆਰ ਹੋ? ਤਾਂ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਆਇਆ। ਤੇ ਇਹ ਇੱਕ ਬੜਾ ਮਤਲਬ ਉਹ ਸੀਗਾ, ਮੈਂ ਕਹਿੰਦਾ ਕਿ ਜਵਲੰਤ ਇੰਟਰਵਿਊ ਸੀਗਾ ਜਿਹਨੂੰ ਸਾਡੇ ਫਾਦਰ ਨੇ ਆਪਣੇ ਅਖਬਾਰ ਦੇ ਵਿੱਚ ਛਾਪਿਆ। ਔਰ ਉਹ ਉਸ ਇੰਟਰਵਿਊ ਤੋਂ ਬਾਅਦ ਡੇਰੇ ਸੱਚੇ ਸੌਦੇ ਤੇ ਉਹਦੇ ਮੁਖੀ ਨੂੰ ਹੋਰ ਜ਼ਿਆਦਾ ਮਿਰਚਾਂ ਲੱਗੀਆਂ ਕਿਉਂਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤਾਦਾਦ ਸੀਗੀ ਫੋਲੋਅਰ ਸੀਗੇ। ਤੇ ਇਹਨਾਂ ਨੂੰ ਇਹ ਲੱਗਿਆ ਕਿ ਛਤਰਪਤੀ ਪੰਜਾਬ ਦੇ ਵਿੱਚ ਸਾਡੀ ਫੋਲੋਇੰਗ ਨੂੰ ਕਿਤੇ ਨਾ ਕਿਤੇ ਹਿੱਟ ਕਰਨਾ ਚਾਹ ਰਿਹਾ ਹੈ ਔਰ ਸਿੱਖੀ ਨਾਲ ਜੋੜ ਕੇ ਉਹਨੂੰ ਪ੍ਰਭਾਵਿਤ ਕਰਨਾ ਚਾਹ ਰਿਹਾ। ਤਾਂ ਉਸ ਤੋਂ ਬਾਅਦ ਇਹ ਜਿਹੜਾ ਹੈ ਥ੍ਰੈਟ ਦਾ ਦੌਰ ਜਿਹੜਾ ਸੀ ਉਹ ਹੋਰ ਵੱਧ ਗਿਆ। ਇੱਕ ਝੂਠਾ SC ST ਐਕਟ ਦੇ ਤਹਿਤ ਇੱਕ ਇਸਤਗਾਸਾ ਸਾਡੇ ਫਾਦਰ 'ਤੇ ਪਾਇਆ ਗਿਆ, ਉਹਨਾਂ ਦੇ ਕਿਸੇ ਫੋਲੋਅਰ ਤੋਂ ਪਵਾਇਆ। ਉਹ ਵੀ ਝੂਠਾ ਸੀ ਕਿਉਂਕਿ ਬਾਅਦ ਵਿੱਚ ਉਹ ਜਿਸ ਤਰੀਕ ਦਾ ਹਵਾਲਾ ਦਿੱਤਾ ਗਿਆ 2001 ਦੀ ਉਹ ਤਰੀਕ ਸੀ 25 ਦਸੰਬਰ ਦੀ। ਉਹਦੇ ਵਿੱਚ ਉਹ ਜਿਹੜਾ ਕੰਪਲੇਨੈਂਟ ਸੀ ਉਹਨੇ ਇਹ ਕਿਹਾ ਕਿ 25 ਦਸੰਬਰ 2001 ਨੂੰ ਛਤਰਪਤੀ ਡੇਰੇ ਸੱਚੇ ਸੌਦੇ ਦੀ ਸੱਚ ਮਾਰਕੀਟ ਦੇ ਬਾਹਰ ਆਇਆ ਤੇ ਉਹਨੇ ਮੈਨੂੰ ਉੱਥੇ ਜਾਤੀ ਸੂਚਕ ਗਾਲਾਂ ਕੱਢੀਆਂ ਤੇ ਮੈਨੂੰ ਮੰਦਾ ਚੰਗਾ ਬੋਲਿਆ। ਔਰ ਕੁਦਰਤੀ ਉਸ ਤਰੀਕ ਨੂੰ ਸਾਡੀ ਇੱਕ ਰਿਸ਼ਤੇਦਾਰੀ ਦੇ ਵਿੱਚ ਪੰਜਾਬ ਫਿਰੋਜ਼ਪੁਰ ਡਿਸਟ੍ਰਿਕਟ ਦੇ ਪਿੰਡ ਇੱਕ ਵਿਆਹ ਸੀਗਾ। ਅਸੀਂ ਉਸ ਵਿਆਹ ਦੇ ਵਿੱਚ ਸਾਰੀ ਫੈਮਿਲੀ ਸ਼ਰੀਕ ਹੋਣ ਗਏ ਹੋਏ ਸੀ ਔਰ ਅਸੀਂ ਤੇ ਸਬੂਤ ਜਿਹੜੇ ਸਨ, ਵੀਡੀਓਗ੍ਰਾਫੀ ਜਿਹੜੀ ਸੀ ਉਹ ਸਾਰੀ ਉੱਥੇ ਪੇਸ਼ ਕੀਤੀ ਕਿ ਮੈਂ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ 3 ਦਿਨ ਮੈਂ ਸਰਸੇ ਦੇ ਵਿੱਚ ਮੌਜੂਦ ਨਹੀਂ ਸਾਂ। ਇਸ ਚੀਜ਼ ਦੇ ਪੁਖਤਾ ਜਿਹੜੇ ਸਬੂਤ ਜਿਹੜੇ ਨੇ ਉਹ ਇਹ ਨੇ। ਤਾਂ ਉਹਨਾਂ ਸਬੂਤਾਂ ਤੋਂ ਬਾਅਦ ਹਜੇ ਉਹ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਪੈਂਡਿੰਗ ਸੀ, ਉਸ ਤੋਂ ਪਹਿਲਾਂ ਹੀ ਸਾਡੇ ਫਾਦਰ 'ਤੇ 24 ਅਕਤੂਬਰ ਨੂੰ ਇਹ ਅਟੈਕ ਹੋਇਆ। 28 ਦਿਨ ਉਹ ਜ਼ੇਰੇ ਇਲਾਜ ਰਹੇ। 21 ਨਵੰਬਰ ਨੂੰ ਲੰਮੇ ਇਲਾਜ ਤੋਂ ਬਾਅਦ 28 ਦਿਨ ਉਹ ਲੜਦੇ ਰਹੇ ਜ਼ਿੰਦਗੀ ਮੌਤ ਨਾਲ ਤੇ ਉਦੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ। ਔਰ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਜਦੋਂ ਡੈਥ ਹੁੰਦੀ ਤੁਹਾਡੇ ਪਿਤਾ ਜੀ ਦੀ, ਰਾਮਚੰਦਰ ਜੀ ਦੀ, ਤੁਹਾਡੀ ਉਸ ਵੇਲੇ ਉਮਰ ਕਿੰਨੀ ਸੀ ਤੇ ਘਰ ਦੇ ਪਰਿਵਾਰਕ ਮੈਂਬਰ ਉਸ ਵੇਲੇ ਮਤਲਬ ਕੌਣ ਸੀ ਤੁਹਾਡੇ ਨਾਲ? ਜੀ ਮੈਂ ਉਸ ਸਮੇਂ 21-22 ਵਰ੍ਹਿਆਂ ਦਾ ਸੀ ਔਰ ਮੇਰੇ ਛੋਟੇ ਭੈਣ ਭਾਈ ਵੀ ਉਸ ਦਿਨ ਘਰ ਸਨ। ਉਹ ਔਰ ਸਾਡੀ ਮਾਤਾ ਆਪਣੇ ਪੇਕੇ ਪੰਜਾਬ ਗਏ ਹੋਏ ਸਨ, ਉਹ ਘਰ ਨਹੀਂ ਸਨ। ਫਾਦਰ ਹਾਲਾਂਕਿ ਆਮ ਤੌਰ 'ਤੇ ਅਖਬਾਰ ਕਿਉਂਕਿ ਇਵਨਿੰਗ ਨਿਊਜ਼ਪੇਪਰ ਸੀ ਔਰ ਪਬਲਿਸ਼ ਕਰਨ ਤੋਂ ਬਾਅਦ ਉਹਨਾਂ ਦਾ ਰੂਟੀਨ ਸੀ ਉਹ ਥੋੜ੍ਹਾ ਜਿਹਾ ਲੇਟ ਆਉਂਦੇ ਸਨ। ਤਾਂ ਮਾਤਾ ਜੀ ਦੇ ਘਰੇ ਨਾ ਹੋਣ ਕਰਕੇ ਫਾਦਰ ਕੁਦਰਤੀ ਉਸ ਦਿਨ, ਕਿਉਂਕਿ ਛੋਟੇ ਭਾਈ ਭੈਣ ਨੇ ਵੀ ਕਿਹਾ ਕਿ ਤੁਸੀਂ ਥੋੜ੍ਹਾ ਜਿਹਾ ਜਲਦੀ ਆਇਓ, ਤਾਂ ਉਸ ਦਿਨ ਕੁਦਰਤੀ ਉਹ ਜਲਦੀ ਆ ਗਏ ਸਨ ਤੇ 7:30 ਵਜੇ ਮੈਨੂੰ ਲੱਗਦਾ ਉਹ ਘਰ ਪਰਤ ਆਏ ਸਨ। 7:15 ਵਜੇ, 7:45 ਵਜੇ ਘਟਨਾ ਜਿਹੜੀ ਹੈ ਵਾਪਰਦੀ। ਘਰ ਦੇ ਅੰਦਰ ਆ ਕੇ ਵਾਪਰੀ? ਘਰ ਦੇ ਬਾਹਰਲੇ ਪਾਸੇ ਬਿਲਕੁਲ ਗਲੀ ਦੇ ਵਿੱਚ। ਮਤਲਬ ਗਲੀ ਦਾ ਕੰਮ ਚੱਲ ਰਿਹਾ ਸੀ। ਗਲੀ ਦੇ ਵਿੱਚ ਉਸ ਟਾਈਮ ਗਲੀ ਪਹਿਲਾਂ ਮਿੱਟੀ ਮੁੱਟੀ ਪਾ ਕੇ ਔਰ ਉਹਦੇ ਉੱਪਰ ਗਲੀ ਪੱਕੀ ਕਰਨ ਲਈ ਕੰਮ ਚੱਲ ਰਿਹਾ ਸੀ ਔਰ ਉਹ ਬਾਹਰਲੀ ਸਾਈਡ ਤੋਂ ਸ਼ੂਟਰਸ ਜਿਹੜੇ ਸਨ ਉਹਨਾਂ ਨੇ ਆਵਾਜ਼ ਲਗਾਈ, ਫਾਦਰ ਨੂੰ ਬੁਲਾਇਆ ਗਿਆ। ਉਹ ਜਦੋਂ ਬਾਹਰ ਗਏ ਤਾਂ ਬਾਹਰ ਉਹਨਾਂ ਨੂੰ 5 ਗੋਲੀਆਂ ਮਾਰੀਆਂ ਜੀ। ਤੇ ਉਹ ਜਿਹੜੇ ਸ਼ੂਟਰ ਸੀਗੇ ਫਿਰ ਉਹਨਾਂ ਦਾ ਕੋਈ ਪਤਾ ਲੱਗਾ ਸੀ ਬਾਅਦ ਵਿੱਚ ਵੀ ਕੀ ਹੋਇਆ, ਕਿੱਦਾਂ, ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ, ਕਿਹੜੇ ਸ਼ਹਿਰ ਦੇ ਸੀ? ਜੀ ਉਹ ਸ਼ੂਟਰ 2 ਲੜਕੇ ਜਿਹੜੇ ਸਨ ਉਹਨਾਂ 'ਚੋਂ ਇੱਕ ਨੂੰ ਮੌਕੇ 'ਤੇ ਹੀ ਪੁਲਿਸ ਮੁਲਾਜ਼ਮਾਂ ਨੇ ਫੜ ਲਿਆ ਸੀ ਭੱਜਦਿਆਂ ਹੋਇਆਂ, ਕਿਉਂਕਿ ਸਾਡੇ ਘਰ ਤੋਂ ਬਿਲਕੁਲ ਵਾਕਿੰਗ ਡਿਸਟੈਂਸ 'ਤੇ ਇੱਕ ਪੁਲਿਸ ਪੋਸਟ ਸੀ।
ਤਾਂ ਉਹ ਜਦੋਂ ਭੱਜ ਰਿਹਾ ਸੀ ਤਾਂ ਉਹਨੂੰ ਪੁਲਿਸ ਮੁਲਾਜ਼ਮਾਂ ਨੇ ਫੜ ਲਿਆ ਸੀ। ਉਹ ਦੋਨੋਂ ਜਿਹੜੇ ਲੜਕੇ ਸਨ ਉਹ ਚਾਚੇ ਤਾਇਆਂ ਚੋਂ ਹੀ ਇੱਕੋ ਹੀ ਫੈਮਿਲੀ ਤੋਂ ਬਿਲੋਂਗ ਕਰਦੇ ਸਨ। ਕੁਲਦੀਪ ਸਿੰਘ ਤੇ ਨਿਰਮਲ ਸਿੰਘ ਪੰਜਾਬ ਦੇ ਫਰੀਦਕੋਟ ਤੋਂ ਬਿਲੋਂਗ ਕਰਦੇ ਸੀ ਉਹ ਦੋਨੋਂ। ਔਰ ਰਾਮਗੜੀਆ ਸਿੱਖ ਹੈਗੇ ਸੀ ਉਹ। ਔਰ ਉਦੋਂ ਬਾਅਦ ਜਦੋਂ ਉਹ ਫੜਿਆ ਗਿਆ ਉਹਦੇ ਤੋਂ ਅਸਲਾ ਜਿਹੜਾ ਉਹ ਜਦੋਂ ਪਤਾ ਲੱਗ ਗਿਆ ਸੀ ਵੀ ਉਹ ਡੇਰੇ ਨਾਲ ਸੰਬੰਧਿਤ ਸੀਗੇ ਜਾਂ ਡੇਰਾ ਪ੍ਰੇਮੀ ਸੀਗੇ? ਜੀ ਬਿਲਕੁਲ, ਮੈਂ ਉਹੀ ਜ਼ਿਕਰ ਕਰਨ ਜਾ ਰਿਹਾ ਸੀ ਕਿ ਜਿਸ ਟਾਈਮ ਪੁਲਿਸ ਮੁਲਾਜ਼ਮਾਂ ਨੇ ਉਹਨੂੰ ਫੜਿਆ ਤਾਂ ਉਹਦੇ ਤੋਂ ਜਿਹੜਾ ਅਸਲਾ ਬਰਾਮਦ ਹੋਇਆ ਜਿਹਦੇ ਨਾਲ ਉਹਨੇ ਸਾਡੇ ਫਾਦਰ ਤੇ ਗੋਲੀਆਂ ਚਲਾਈਆਂ ਸਨ, ਉਹ ਅਸਲਾ ਉਹਦਾ ਲਾਇਸੈਂਸੀ ਵੈਪਨ ਸੀ ਔਰ ਉਹਦਾ ਲਾਇਸੈਂਸ ਡੇਰੇ ਦੇ ਮੈਨੇਜਰ ਕਿਸ਼ਨ ਲਾਲ ਦੇ ਨਾਮ ਸੀ। ਔਰ ਉਹਨਾਂ ਤੋਂ ਇੱਕ ਵਾਕੀ ਟਾਕੀ ਸੈੱਟ ਬਰਾਮਦ ਹੋਇਆ ਸੀ। ਉਸ ਵਾਕੀ ਟਾਕੀ ਸੈੱਟ ਦਾ ਲਾਇਸੈਂਸ ਵੀ ਮੈਸਰਜ਼ ਡੇਰਾ ਸੱਚਾ ਸੌਦਾ ਦੇ ਨਾਮ ਦਿੱਲੀ ਤੋਂ ਇਸ਼ੂ ਹੋਇਆ ਸੀ। ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸਨ ਕਿਤੇ ਨਾ ਕਿਤੇ ਇਸ਼ਾਰਾ ਕਰ ਰਹੀਆਂ ਸਨ ਕਿ ਸਾਡੇ ਫਾਦਰ ਤੇ, ਕਿਉਂਕਿ ਉਹ ਰੈਗੂਲਰ ਪਬਲਿਸ਼ ਕਰ ਰਹੇ ਸੀ, ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੂੰ ਵੀ ਇਹ ਖਦਸ਼ਾ ਸੀ, ਉਹਨਾਂ ਦੇ ਫਰੈਂਡ ਸਰਕਲ ਨੂੰ ਵੀ, ਕਿ ਕਿਉਂਕਿ ਡੇਰੇ ਸੱਚੇ ਸੌਦੇ ਦਾ ਆਤੰਕ ਸਾਡੇ ਸ਼ਹਿਰ ਦੇ ਵਿੱਚ ਪਹਿਲਾਂ ਤੋਂ ਸੀ, ਮੂੰਹ ਚੜ ਕੇ ਬੋਲਦਾ ਸੀ ਔਰ ਲੋਕਾਂ ਨੂੰ ਇਸ ਮਾਮਲੇ ਦਾ ਕੋਈ ਸ਼ੁਰੂ ਤੋਂ ਹੀ ਖਦਸ਼ਾ ਸੀ। ਜਦੋਂ ਇਹ ਘਟਨਾ ਵਾਪਰ ਜਾਂਦੀ, ਤੁਹਾਡੇ ਫਾਦਰ ਸਾਹਿਬ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਜਾਂਦੀ ਇਲਾਜ ਤੋਂ ਬਾਅਦ, ਉਸ ਤੋਂ ਬਾਅਦ ਫਿਰ ਜਿਹੜਾ ਕੇਸ ਚੱਲਦਾ ਸੀ ਗੁੰਮਨਾਮ ਪੱਤਰ ਵਾਲਾ, ਤੇ ਨਾਲ ਫਿਰ ਦੂਸਰਾ ਤੁਹਾਡੇ ਫਾਦਰ ਦੀ ਮਤਲਬ ਡੈਥ ਦਾ ਕੇਸ ਚੱਲ ਪਿਆ, ਕਤਲ ਦਾ ਕੇਸ ਚੱਲ ਪਿਆ। ਜਿਹੜੇ ਉਹ 15 16 ਸਾਲ 17 ਸਾਲ ਸੀਗੇ ਜਦੋਂ ਸਜ਼ਾ ਹੋਣ ਤੱਕ, ਮੇਰੇ ਕੋਲ ਸਮਥਿੰਗ 2017 ਦੇ ਨੇੜੇ ਤੇੜੇ ਸਜ਼ਾ ਹੁੰਦੀ ਨਹੀਂ, ਉਹ ਜਿਹੜਾ ਸਮਾਂ ਸੀ ਫਿਰ ਉਹ ਉਸ ਵੇਲੇ ਤੁਹਾਡੇ ਤੇ ਥ੍ਰੈਟ ਜਾਂ ਤੁਹਾਡੇ ਪਰਿਵਾਰ ਤੇ, ਕਿਉਂਕਿ ਉਸ ਵੇਲੇ ਤੱਕ ਤਾਂ ਡੇਰਾ ਮੁਖੀ ਦੀ ਜਿਹੜੀ ਆ ਚੜ੍ਹਤ ਜਿਹੜੀ ਹੋਰ ਬਹੁਤ ਹੋ ਚੁੱਕੀ ਸੀ, ਕਿਉਂਕਿ ਲੀਡਰ ਆਣ ਕੇ ਉਹਦੇ ਗੋਡੇ ਫੜਦੇ ਸੀਗੇ, ਉਹ ਜਿਹੜਾ ਸਮਾਂ ਸੀ ਉਹ ਸਮਾਂ ਕਿੱਦਾਂ ਨਿਕਲਿਆ ਫਿਰ? 21 ਨਵੰਬਰ 2002 ਨੂੰ ਸਾਡੇ ਫਾਦਰ ਦੀ ਡੈਥ ਹੋਈ। ਡੈਥ ਤੋਂ ਬਾਅਦ ਚਲੋ ਮਤਲਬ ਸਾਨੂੰ ਕਈ ਦਿਨ ਤੱਕ ਤਾਂ ਉਹੀ ਬੰਦਾ ਮਤਲਬ ਉਹ ਜਿਹੜੇ ਜਿੰਨੇ ਵੀ ਕੋਈ ਰਸਮ ਪਗੜੀ ਹੈ ਜਾਂ ਰੀਤੀ ਰਸਮ ਨੇ ਉਹਨਾਂ ਤੋਂ ਨਿਬੜਦਿਆਂ ਕਰਦਿਆਂ ਕਈ ਦਿਨ ਲੱਗ ਗਏ। ਜਦੋਂ ਉਸ ਤੋਂ ਬਾਅਦ ਵਿਹਲੇ ਹੋਏ ਤਾਂ ਕੇਸ ਦੀਆਂ ਚੀਜ਼ਾਂ ਨੂੰ ਹੌਲੀ ਹੌਲੀ ਥੋੜ੍ਹਾ ਜਿਹਾ ਉਹਨਾਂ ਨਾਲ ਜਾਣੂ ਹੋਏ ਤਾਂ ਪਤਾ ਲੱਗਿਆ ਕਿ ਪੁਲਿਸ ਜਿਹੜੀ ਹੈ ਹਰਿਆਣਾ ਪੁਲਿਸ ਜੋ ਇਨਵੈਸਟੀਗੇਸ਼ਨ ਕਰ ਰਹੀ ਸੀ, ਹਰਿਆਣਾ ਪੁਲਿਸ ਨੇ ਸਾਨੂੰ, ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਸਾਡੇ ਘਰ ਆਏ CM ਉਸ ਸਮੇਂ ਦੇ ਜਿਹੜੇ ਸਨ ਸਾਡੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਜੀ, ਉਦੋਂ ਪਹਿਲਾਂ ਉਹ ਅਮਰੀਕਾ ਗਏ ਹੋਏ ਸਨ ਅਤੇ ਅਮਰੀਕਾ ਤੋਂ ਜਿਸ ਦਿਨ ਸਿੱਧੀ ਉਹਨਾਂ ਦੀ ਫਲਾਈਟ ਆਈ, ਦਿੱਲੀ ਉਤਰੀ ਤਾਂ ਉਹ ਰੋਹਤਕ ਉਸ ਸਮੇਂ ਸਾਡੇ ਫਾਦਰ ਜ਼ੇਰੇ ਇਲਾਜ ਸਨ, ਉਹ ਉਹਨਾਂ ਦਾ ਹਾਲ ਚਾਲ ਪੁੱਛਣ ਵੀ ਗਏ। ਉਸ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ ਉਹ ਸਾਡੇ ਘਰ ਆਏ ਔਰ ਸਾਨੂੰ ਉਹਨਾਂ ਨੇ ਮਤਲਬ ਇਹ ਦਿਲਾਸਾ ਦਿੱਤਾ ਕਿ ਅਪਰਾਧੀ ਜਿੰਨਾ ਵੀ ਵੱਡਾ ਕਿਉਂ ਨਾ ਹੋਵੇ ਸਲਾਖਾਂ ਦੇ ਪਿੱਛੇ ਹੋਵੇਗਾ। ਤਾਂ ਸਾਨੂੰ ਇੱਕ ਥੋੜ੍ਹਾ ਜਿਹਾ ਮਤਲਬ ਹੌਸਲਾ ਜਿਹੜਾ ਸੀ ਕਿ ਸਟੇਟ ਦਾ CM ਜੇ ਸਾਨੂੰ ਕਹਿ ਕੇ ਜਾ ਰਿਹਾ ਤਾਂ ਸਟੈਂਡ ਲੈ ਰਿਹਾ। ਔਰ ਲੇਕਿਨ ਇਹ ਗੱਲ ਵੱਖਰੀ ਕੀ ਹੋਇਆ ਉਹਦੇ ਬਿਲਕੁਲ ਉਲਟ, ਕਿਉਂਕਿ ਸਾਜ਼ਿਸ਼ ਜਿਹੜੀ ਹੈ, ਸਾਡਾ ਇਹ ਆਰੋਪ ਸੀ ਕਿ ਸਾਜ਼ਿਸ਼ ਡੇਰੇ ਦੇ ਅੰਦਰ ਰਚੀ ਗਈ, ਡੇਰੇ ਦਾ ਮੁਖੀਆ ਇਹਦੇ 'ਚ ਸ਼ਾਮਲ ਹੈ ਗੁਰਮੀਤ ਰਾਮ ਰਹੀਮ, ਲੇਕਿਨ ਸਟੇਟ ਗੌਰਮੈਂਟ ਜਿਹੜੀ ਹੈ ਉਹ ਕਿਤੇ ਨਾ ਕਿਤੇ ਦਬਾਅ ਪਾ ਰਹੀ ਸੀ ਉਹਨੂੰ ਬਚਾਉਣ ਦੇ ਲਈ, ਉਹਨੂੰ ਸ਼ੀਲਡ ਕਰ ਰਹੀ ਸੀ। ਇਸੇ ਕਰਕੇ ਪੁਲਿਸ ਜਿਹੜੀ ਹੈ ਉਹ ਉਹਦੇ 'ਤੇ ਕਾਰਵਾਈ ਕਰਨ ਤੋਂ ਕਤਰਾ ਰਹੀ ਸੀ ਔਰ ਇਹ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ ਜਿਸ ਦਿਨ ਸਾਡੇ ਫਾਦਰ 'ਤੇ ਅਟੈਕ ਹੋਇਆ ਸੀ। ਉਹ ਕਿਵੇਂ ਕਿ ਜਿਸ ਦਿਨ ਉਹ ਲੜਕਾ ਜਿਹੜਾ ਸ਼ੂਟਰ ਜਿਹੜਾ ਉਹ ਮੌਕੇ 'ਤੇ ਫੜਿਆ ਗਿਆ, ਦੂਸਰਾ ਫੜਿਆ ਗਿਆ ਸੀ ਜੀ, ਦੂਸਰਾ ਵੀ ਫੜਿਆ ਗਿਆ ਸੀ ਔਰ ਉਦੋਂ ਬਾਅਦ ਪੁਲਿਸ ਨੇ ਥਾਣੇ ਦੇ ਵਿੱਚ ਵੱਡਾ ਇਕੱਠ ਹੋ ਗਿਆ ਸੀ। ਪੁਲਿਸ ਦਾ DSP ਰਾਏ ਸਿੰਘ ਸਹਾਰਨ ਮੀਡੀਆ ਨੂੰ ਕਹਿੰਦਾ ਹੈ ਕਿ ਇਹ ਜਿਹੜੇ ਆਰੋਪੀ ਨੇ ਇਹ ਛਤਰਪਤੀ ਦੇ ਸਹੁਰੇ ਪਿੰਡ ਤੋਂ ਆਏ ਨੇ ਪੰਜਾਬ ਤੋਂ ਔਰ ਇਹ ਛਤਰਪਤੀ ਦੀ ਜਿਹੜੀ ਸਹੁਰੀ ਜ਼ਮੀਨ ਨੂੰ ਲੈ ਕੇ ਇੱਕ ਰੰਜਿਸ਼ ਹੈ, ਸਹੁਰਿਆਂ ਦੀ ਰੰਜਿਸ਼ ਕਰਕੇ ਇਹ ਉੱਥੋਂ ਭੇਜੇ ਗਏ ਨੇ ਤੇ ਮਾਮਲੇ ਨੂੰ ਉੱਥੇ ਹੀ ਪਹਿਲੇ ਹੀ ਦਿਨ 24 ਤਰੀਕ ਦੀ ਰਾਤ ਨੂੰ ਹੀ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਕਿਹਦੇ ਇਸ਼ਾਰੇ ਤੇ ਹੋਈ ਇਹ ਸਮਝਣਾ ਮਤਲਬ ਬਹੁਤ ਔਖਾ ਨਹੀਂ ਹੈਗਾ ਔਰ ਵੈਪਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਤਲਬ ਕਿਤੇ ਨਾ ਕਿਤੇ ਡੇਰੇ ਦਾ ਸਟੇਟ ਗੌਰਮੈਂਟ ਵਿੱਚ ਦਖਲ ਸੀ ਔਰ ਗੌਰਮੈਂਟ ਦਾ ਦਬਾਅ ਸੀ ਪੁਲਿਸ ਦੇ ਉੱਤੇ, ਜਿਸ ਕਰਕੇ ਇਹਨੂੰ ਸਾਰੇ ਨੂੰ ਘੁਮਾਉਣ ਦੀ ਡਾਈਵਰਟ ਕਰਨ ਦੀ ਮੌਕੇ ਦੀ ਗੌਰਮੈਂਟ ਨੇ ਵੀ ਉਸ ਵੇਲੇ ਭਰੋਸਾ ਦੇ ਕੇ ਲੱਗ ਰਿਹਾ ਵੀ ਉਸ ਵੇਲੇ ਆਪਣੀ ਜ਼ਿੰਮੇਵਾਰੀ, ਦੂਸਰੀਆਂ ਪਾਰਟੀਆਂ ਜਿਵੇਂ ਕਾਂਗਰਸ ਸੀਗੀ ਜਾਂ ਭਾਜਪਾ ਸੀਗੀ ਜਾਂ ਕੋਈ ਹੋਰ ਜਿਹੜੀਆਂ ਤੁਹਾਡੀਆਂ ਲੋਕਲ ਇੱਥੇ ਦੀਆਂ ਹਰਿਆਣੇ ਨਾਲ ਸੰਬੰਧਿਤ ਪਾਰਟੀਆਂ ਸੀ, ਪੂਰੀ ਪੋਲੀਟਿਕਸ ਦਾ ਰੋਲ ਜਿਹੜਾ 15 ਸਾਲ 'ਚ ਕਿੱਦਾਂ ਦਾ ਰਿਹਾ? ਦੇਖੋ ਜਿਹੜਾ ਮਤਲਬ ਉਸ ਸਮੇਂ ਜਿਹੜੇ ਵਿਰੋਧੀ ਧਿਰਾਂ ਸਨ
ਕਿਤੇ ਨਾ ਕਿਤੇ ਮਤਲਬ ਇਹ ਕਹਿਣਾ ਪਵੇਗਾ ਕਿ ਉਹ ਸਾਡੇ ਨਾਲ ਖੜੇ ਸੀ ਬਿਲਕੁਲ। ਇੱਥੇ ਜਿਹੜੇ ਲੋਕਲ ਜਿਹੜੇ ਪੋਲੀਟੀਸ਼ੀਅਨ ਸੀ ਲਗਾਤਾਰ ਉਹ ਮਤਲਬ ਸਾਡੇ ਫਾਦਰ ਦੇ ਉੱਪਰ ਜਦੋਂ ਅਟੈਕ ਹੋਇਆ ਤਾਂ ਬਹੁਤ ਰੋਸ ਮੁਜ਼ਾਹਰੇ ਵੀ ਹੋਏ ਸ਼ਹਿਰ ਦੇ ਅੰਦਰ। ਸ਼ਹਿਰ ਕਈ ਦਿਨਾਂ ਬੰਦ ਵੀ ਰੱਖਿਆ ਗਿਆ। ਉਹਨਾਂ ਮੁਜ਼ਾਹਰਿਆਂ ਦੇ ਵਿੱਚ ਭਾਵੇਂ ਉਹ ਕਾਂਗਰਸ ਨਾਲ ਜੁੜੇ ਹੋਏ ਸਨ, ਭਾਵੇਂ ਬੀਜੇਪੀ ਨਾਲ ਜੁੜੇ ਹੋਏ ਸਨ, ਜਿੰਨੇ ਵੀ ਪੋਲੀਟੀਸ਼ੀਅਨ ਸਨ ਉਹ ਸ਼ਾਮਲ ਹੁੰਦੇ ਰਹੇ। ਕਮਿਊਨਿਸਟ ਪਾਰਟੀਆਂ ਦੇ ਲੋਕ ਵੀ ਸਨ ਉਹਦੇ ਵਿੱਚ, ਇਨੈਲੋ ਦੇ ਵੀ ਸਨ, ਜਿਹੜੀ ਉਸ ਟਾਈਮ ਸੱਤਾਰੂੜ ਪਾਰਟੀ ਸੀ ਉਹਦੇ ਲੋਕ ਵੀ ਉਹਦੇ ਵਿੱਚ ਸ਼ਾਮਲ ਹੁੰਦੇ ਰਹੇ ਉਹਨਾਂ ਮੁਜ਼ਾਹਰਿਆਂ ਦੇ ਵਿੱਚ। ਲੇਕਿਨ ਹੌਲੀ ਹੌਲੀ ਜਿਵੇਂ ਜਿਵੇਂ ਦਬਾਅ ਪੈਂਦਾ ਗਿਆ ਤਾਂ ਜਿਹੜੀ ਸੱਤਾਧਾਰੀ ਪਾਰਟੀ ਸੀ ਉਹਦੇ ਲੋਕ ਤਾਂ ਉਹਦੇ ਤੋਂ ਪਿੱਛੇ ਹਟ ਗਏ। ਬਾਕੀ ਲੋਕਾਂ ਨੇ ਵੀ ਹੌਲੀ ਹੌਲੀ ਕਿਨਾਰਾ ਕਰਨਾ ਸ਼ੁਰੂ ਕਰਤਾ ਔਰ ਅਖੀਰ ਤੁਸੀਂ ਫਿਰ ਇਕੱਲੇ ਰਹਿ ਗਏ ਫਿਰ। ਜੀ। ਲੇਕਿਨ ਇਹ ਗੱਲ ਵੱਖਰੀ ਹੈ ਕਿ ਜਿਵੇਂ ਜਿਵੇਂ ਪਾਰਟੀਆਂ ਜਿਹੜੀਆਂ ਸਰਕਾਰਾਂ ਬਦਲਦੀਆਂ ਰਹੀਆਂ ਤਾਂ ਕਰੀਬ ਮਤਲਬ ਹਾਲਾਤ ਜਿਹੜੇ ਨੇ, ਭਾਵੇਂ ਜਦੋਂ ਘਟਨਾ ਇਹ ਵਾਪਰੀ ਸਾਡੇ ਫਾਦਰ ਦੇ ਉੱਪਰ ਤਾਂ ਲੋਕ ਦਲ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਰਕਾਰ ਸੀ। ਉਸ ਤੋਂ ਬਾਅਦ ਕਾਂਗਰਸ ਆਈ ਸੱਤਾ ਦੇ ਵਿੱਚ, ਤਾਂ ਉਦੋਂ ਬਾਅਦ ਬੀਜੇਪੀ ਆਈ ਹਰਿਆਣੇ ਦੇ ਵਿੱਚ। ਹੁਣ ਆ ਪਿਛਲੇ ਦੂਸਰਾ ਪਲਾਨ ਹੋ ਗਿਆ। ਕਰੀਬ ਹਾਲਾਤ ਤਿੰਨ ਪਾਰਟੀਆਂ ਦੀ ਸਰਕਾਰਾਂ ਇਸ ਬਦਲ ਗਈਆਂ। ਹਾਲਾਤ ਸਾਰਿਆਂ ਦੇ ਹੀ ਇੱਕੋ ਵਰਗੇ ਰਹੇ। ਭਾਵੇਂ ਉਹ ਜਿਹੜੀ ਵੀ ਪਾਰਟੀ ਦੀ ਸਰਕਾਰ ਆਈ ਉਹਨੇ ਡੇਰੇ ਦੀ ਮਦਦ ਕੀਤੀ, ਡੇਰੇ ਨੂੰ ਇਮਦਾਦ ਕੀਤਾ, ਡੇਰੇ ਨੂੰ ਫੇਵਰ ਕਰਦੇ ਰਹੇ। ਕਾਂਗਰਸ ਗੌਰਮੈਂਟ ਦੇ ਵਿੱਚ ਡੇਰੇ ਸੱਚਾ ਸੌਦਾ ਮੁਖੀ ਨੂੰ Z+ ਸਿਕਿਉਰਿਟੀ ਦਿੱਤੀ ਗਈ। CM ਦੀ ਕਾਫਲੇ ਨਾਲ ਚੱਲਣ ਵਾਲੀ ਜੈਮਰ ਗੱਡੀ ਜਿਹੜੀ ਹੈ ਉਹ CM ਦੇ ਕਾਫਲੇ ਤੋਂ ਹਟਾ ਕੇ ਤੇ ਸੱਚੇ ਸੌਦੇ ਮੁਖੀ ਨਾਲ ਲਾ ਦਿੱਤੀ ਗਈ। ਇਹ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ। ਜੀ ਇੱਕ ਗੱਲ ਦੱਸ ਦਿਓ, ਜਿਵੇਂ ਫਾਦਰ ਸਾਹਿਬ ਨੂੰ ਥ੍ਰੈਟ ਹੋ ਰਿਹਾ ਸੀ, ਉਹਨਾਂ ਦੀ ਮੌਤ ਤੋਂ ਬਾਅਦ ਜਦੋਂ ਫਿਰ ਤੁਹਾਡੇ ਕੇਸ ਤੁਹਾਡਾ ਵੀ ਜੁੜ ਗਿਆ ਨਾਲ, ਪਰਿਵਾਰ ਦੇ ਨਾਲ ਫਿਰ ਦੁਬਾਰਾ ਫਿਰ ਇਦਾਂ ਦਾ ਕੋਈ ਥ੍ਰੈਟ ਹੋਇਆ ਜਾਂ ਪਰਿਵਾਰ ਨੂੰ ਕੋਈ ਮੁੜ ਕੇ ਤੰਗੀ ਪੇਸ਼ੀ ਆਈ? ਦੇਖੋ ਜੀ, ਸਾਡੇ ਫਾਦਰ ਦਾ ਮਰਡਰ ਹੋਇਆ ਔਰ ਮਰਡਰ ਕਰਨ ਵਾਲੇ ਜਿਹੜਾ ਅਦਾਰਾ ਸੀ ਸੱਚਾ ਸੌਦਾ, ਜਿਹਦਾ ਕਿ ਇੱਕ ਟੈਰਰ ਸੀ ਇਸ ਏਰੀਏ ਦੇ ਵਿੱਚ, ਆਮ ਬੰਦਾ ਉਹਦੇ ਖਿਲਾਫ ਛੇਤੀ ਦੇਣੇ ਜ਼ਬਾਨ ਨਹੀਂ ਸੀ ਖੋਲ੍ਹਦਾ। ਜੇ ਕੋਈ ਖੋਲ੍ਹਦਾ ਸੀ ਤਾਂ ਉਹਦਾ ਅੰਜਾਮ ਲੋਕਾਂ ਨੂੰ ਪਤਾ ਹੈ ਕਿ ਕੀ ਹੁੰਦਾ ਰਿਹਾ। ਤਾਂ ਇਸ ਕਰਕੇ ਥ੍ਰੈਟ ਜਿਹੜੀ ਹੈ ਉਹ ਬਿਲਕੁਲ ਹੈਗੀ ਸੀ, ਸਾਨੂੰ ਵੀ ਸੀ। ਠੀਕ ਹੈ, ਸਿੱਧੇ ਤੌਰ 'ਤੇ ਕਦੇ ਸਾਡੇ ਫਾਦਰ ਦੀ ਉਸ ਘਟਨਾ ਤੋਂ ਬਾਅਦ ਜਿੰਨਾ ਮੁਖਰ ਹੋ ਕੇ ਅਸੀਂ ਸਾਹਮਣੇ ਆਏ, ਜਿੰਨਾ ਖੁੱਲ੍ਹ ਕੇ ਅਸੀਂ ਲੜੇ, ਤਾਂ ਸਿੱਧੇ ਕਦੇ ਲੋਭ ਲਾਲਚ ਜਾਂ ਹੋਰ ਪ੍ਰੈਸ਼ਰ ਇਦਾਂ ਦਾ ਵੀ? ਬਿਲਕੁਲ ਹਰ ਤਰੀਕੇ ਦੀ ਕੋਸ਼ਿਸ਼ ਉਹ ਲੋਕ ਕਰਦੇ ਰਹੇ, ਲੇਕਿਨ ਡਾਇਰੈਕਟਲੀ ਕਦੇ ਨਹੀਂ। ਇਨਡਾਇਰੈਕਟਲੀ ਕਿਸੇ ਨਾ ਕਿਸੇ ਦੇ ਰਾਹੀਂ ਸਾਡੇ ਤਾਈਂ ਮੈਸੇजेस ਪਹੁੰਚਦੇ ਰਹੇ। ਸਾਨੂੰ ਖਰੀਦਣ ਦੀਆਂ ਵੀ ਕੋਸ਼ਿਸ਼ਾਂ ਹੋਈਆਂ, ਸਾਨੂੰ ਧਮਕਾਉਣ ਦੀਆਂ ਵੀ ਕੋਸ਼ਿਸ਼ਾਂ ਹੋਈਆਂ, ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਗਈ, ਲੇਕਿਨ ਡਾਇਰੈਕਟ ਸਾਡੇ ਤਾਈਂ ਕਦੇ ਉਹਨਾਂ ਨੇ ਕੋਸ਼ਿਸ਼ ਸਿੱਧੇ ਨਹੀਂ ਕੀਤੀ। ਜੀ, ਜਿਵੇਂ ਇੱਕ ਉਹ ਇਹਨਾਂ ਸਮਿਆਂ ਦੌਰਾਨ ਹੀ ਜਿਹੜੀ ਉਹ ਪੋਸ਼ਾਕ ਪਹਿਨਣ ਕੇ ਉਹਦਾ ਸਵਾਂਗ ਰਚਣ ਵਾਲੀ ਗੱਲ ਹੋ ਜਾਂਦੀ, ਮਾਫੀ ਦਾ ਮੁੱਦਾ ਹੋ ਜਾਂਦਾ, ਅਤੇ ਜਿਹੜੀ ਪੰਜਾਬੀ ਕਮਿਊਨਿਟੀ ਸੀ, ਖਾਸ ਕਰਕੇ ਸਿੱਖ ਕਮਿਊਨਿਟੀ ਸੀ ਵੀ ਜਿਹੜੀ ਇਸ ਗੱਲਾਂ ਨੂੰ ਬਹੁਤ ਘਟੀਆ ਦਰਜੇ ਦੇ ਸਮਝਦੇ ਵੀ ਸਿੱਖ ਧਰਮ ਦੇ ਵਿੱਚ ਇਹ ਗੱਲਾਂ ਨਹੀਂ ਸੀ ਹੋਣੀਆਂ। ਮਤਲਬ ਉਸ ਕਮਿਊਨਿਟੀ ਨੇ, ਸਿੱਖ ਕਮਿਊਨਿਟੀ ਨੇ ਵੀ ਤਾਂ ਕਦੀ ਤੁਹਾਡੇ ਨਾਲ ਫਿਰ ਰਾਬਤਾ ਕੀਤਾ ਜਾਂ ਕਦੀ ਉਹਨੇ ਤੁਹਾਡੀ ਕੋਈ ਸਪੋਰਟ ਕੀਤੀ? ਦੇਖੋ ਜੀ, ਮੇਰਾ ਇੱਕ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਅਗਰ ਜੇ ਮੈਂ ਗੱਲ ਕਰਾਂ ਸਿਆਸਤ ਦੀ ਤੇ ਸਿਆਸੀ ਪਾਰਟੀਆਂ ਦੀ, ਤਾਂ ਪੰਜਾਬ, ਹਰਿਆਣਾ, ਈਵਨ ਨੌਰਥ ਇੰਡੀਆ ਦੀ ਅਗਰ ਗੱਲ ਕਰੀਏ ਤਾਂ ਕਈ ਸਾਰੇ ਸਟੇਟਾਂ ਦੇ CM ਜਿਹੜੇ ਸਨ ਉਹ ਸੱਚੇ ਸੌਦੇ ਦੇ ਵਿੱਚ ਆ ਕੇ ਸਿਰ ਝੁਕਾਉਂਦੇ ਰਹੇ ਜੀ। ਔਰ ਪੰਜਾਬ ਦੇ ਵਿੱਚ ਜਿੰਨੀਆਂ ਵੀ ਪੋਲੀਟੀਕਲ ਧਿਰਾਂ ਸਨ ਸਾਰੀਆਂ ਹੀ, ਭਾਵੇਂ ਉਹ ਬਾਦਲ ਸਾਹਿਬ ਰਹੇ, ਭਾਵੇਂ ਕਾਂਗਰਸ ਰਹੀ, ਕੈਪਟਨ ਸਾਹਿਬ ਸਨ, ਜਾਂ ਹੋਰ ਜਿੰਨੀਆਂ ਵੀ ਪਾਰਟੀਆਂ ਨੇ, ਸਾਰੀਆਂ ਦਾ ਕਰੀਬ ਵਤੀਰਾ ਇੱਕੋ ਤਰ੍ਹਾਂ ਦਾ ਹੀ ਰਿਹਾ। ਇਹ ਗੱਲ ਵੱਖਰੀ ਹੈ ਕਿ ਮਤਲਬ ਅਸੀਂ ਜੇ ਗੱਲ ਕਰੀਏ ਸਿੱਖ ਕੌਮ ਦੀ ਔਰ ਉਹਨਾਂ ਦੀ ਸਿੱਖੀ ਦੀ ਰਾਜਨੀਤੀ, ਸਿੱਖ ਕੌਮ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਜੇ ਬਾਦਲ ਸਾਹਿਬ, ਔਰ ਉਹ ਮਤਲਬ ਸਿੱਖ ਕੌਮ ਦੇ ਵਿੱਚ ਇੱਕ ਤਰ੍ਹਾਂ ਜਿਵੇਂ ਡੇਰਾਵਾਦ ਨੂੰ ਥੋੜ੍ਹਾ ਜਿਹਾ ਬੁਰਾ ਮੰਨਿਆ ਗਿਆ ਜਾਂ ਉਹਦੇ ਖਿਲਾਫਤ ਕਰਦੀ ਰਹੀ ਸਿੱਖ ਕੌਮ, ਲੇਕਿਨ ਉਹਨਾਂ ਦੇ ਨਾਂ 'ਤੇ ਰਾਜਨੀਤੀ ਕਰਨ ਵਾਲਾ ਜਿਹੜਾ ਪਾਰਟੀ ਸੀ ਅਕਾਲੀ ਦਲ, ਉਹਨਾਂ ਦੇ ਨੁਮਾਇੰਦੇ ਵੀ ਜਦੋਂ ਇੱਥੇ ਵੋਟਾਂ ਦੇ ਲਾਲਚ 'ਚ ਆ ਕੇ ਡੇਰੇ ਸੱਚੇ ਸੌਦੇ ਮੁਖੀ ਦੇ ਗੋਡੇ ਫੜਦੇ ਰਹੇ, ਤਾਂ ਇੱਦੋਂ ਵੱਡੀ ਮਤਲਬ ਹੋਰ ਜਿਹੜੀ ਹੈ ਉਹ ਹੈਰਾਨੀਜਨਕ ਗੱਲ ਨਹੀਂ ਹੋ ਸਕਦੀ। ਔਰ ਦੂਸਰੀ ਗੱਲ, ਮਤਲਬ ਵਿਚਾਰਧਾਰਾ ਦੇ ਤੌਰ 'ਤੇ ਜੇ ਅਸੀਂ ਕਰ ਲਈਏ ਗੱਲ,
ਵਿਚਾਰਿਕ ਤੌਰ ਤੇ ਜਿਹੜੇ ਕਮਿਊਨਿਸਟ ਨੇ ਉਹ ਕਿਤੇ ਨਾ ਕਿਤੇ ਇਹੋ ਜਿਹੇ ਡੇਰਿਆਂ ਦੇ ਪਖੰਡਾਂ ਦੇ ਖਿਲਾਫ ਬੋਲਦੇ ਹੀ ਰਹੇ ਨੇ ਔਰ ਖੜੇ ਵੀ ਰਹੇ ਨੇ। ਤੇ ਪੰਜਾਬ ਦੇ ਕੁਝ ਜਿਹੜੇ ਕਮਿਊਨਿਸਟ ਪੋਲੀਟੀਸ਼ੀਅਨਸ ਵੀ ਜਦੋਂ ਵੋਟਾਂ ਦੇ ਟਾਈਮ ਤੇ ਆ ਕੇ ਇੱਥੇ, ਤਾਂ ਮੈਨੂੰ ਲੱਗਦਾ ਵੀ ਇਹ ਸਾਡੇ ਵਾਸਤੇ ਇਦੋਂ ਵੱਡੀ ਨਮੋਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਜਿਹੜੇ ਬਿਲਕੁਲ ਇਹਦੀ ਖਿਲਾਫਤ ਵਾਸਤੇ, ਇਹਦੀ ਖਿਲਾਫਤ ਦੇ ਨਾਮ ਤੇ, ਭਾਵੇਂ ਉਹ ਕਮਿਊਨਿਸਟ ਸਨ ਭਾਵੇਂ ਉਹ ਅਕਾਲੀ ਦਲ ਸੀ, ਜਦੋਂ ਉਹ ਇੱਥੇ ਆ ਕੇ ਵੜਦੇ ਰਹੇ ਤੇ ਮਤਲਬ ਬੜੀ ਮੈਂ ਇਹ ਮੰਨਣਾ ਵੀ ਇਦੋਂ ਮਾੜੀ ਮੰਦਭਾਗੀ ਘਟਨਾ ਹੋਰ ਕੁਛ ਨਹੀਂ। ਅੰਸ਼ਲ ਜੀ ਚਲੋ ਇਹ ਹੋ ਗਈ ਘਟਨਾ, ਸਾਰੀ ਸਮਝ ਗਈ, ਅਸਲ ਦੇ ਵਿੱਚ ਸਜ਼ਾ ਹੋ ਜਾਂਦੀ ਨਹੀਂ। ਉਹ ਤੁਹਾਡੇ ਗੁੰਮਨਾਮ ਪੱਤਰਾਂ ਵਾਲੇ 'ਚ CBI ਦਾ ਕੇਸ, ਜੱਜ ਨੇ 10 ਸਾਲ ਪਲੱਸ 10 ਸਾਲ ਦੀ ਸਜ਼ਾ ਸੁਣਾਤੀ। ਉਸ ਤੋਂ ਬਾਅਦ ਤੁਹਾਡਾ ਆਪਣਾ ਕੇਸ ਜਿਹੜਾ ਚੱਲਦਾ ਸੀ ਤੇ ਉਹਦੇ ਤੇ ਵੀ ਮਤਲਬ ਜਿਹੜਾ ਕੋਰਟ ਨੇ ਫੈਸਲਾ ਦੇ ਦਿੱਤਾ ਵੀ ਜਿੰਨਾ ਚਿਰ ਟੈਲ ਟੂ ਡੈਥ ਜਿਹੜਾ ਆ ਉਹ ਜੇਲ੍ਹ 'ਚ ਰਹੇਗਾ। ਪਰ ਹੁਣ ਦੇ ਜੋ ਹਾਲਾਤ ਦੇਖਦੇ ਨੇ, ਜੋ ਆਪਾਂ ਦੇਖਿਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਭਾਜਪਾ ਨੇ ਪੂਰੇ ਮੂੰਹ ਦੀ ਖਾਧੀ ਆ ਜੀ, ਤੇ ਜੋ ਖਬਰਾਂ ਆ ਰਹੀਆਂ ਨੇ ਮੀਡੀਆ ਦੇ ਵਿੱਚ ਵੀ ਇਸ ਵੇਲੇ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣ ਲਈ, ਯੂਪੀ ਜਾਂ ਹਰਿਆਣੇ ਦੇ ਹਿੱਸੇ ਦੇ ਵਿੱਚ ਆਪਣਾ ਪੈਰ ਜਮਾਉਣ ਦੇ ਲਈ ਦੁਬਾਰਾ ਕਿਤੇ ਨਾ ਕਿਤੇ ਜਿਹੜਾ ਸਰਕਾਰ ਕੋਲ ਇੱਕ ਅਧਿਕਾਰ ਹੁੰਦਾ ਵੀ ਕਿਸੇ ਵੀ ਜਿਹੜਾ ਦੋਸ਼ੀ ਆ ਜਾਂ ਕੈਦੀ ਆ ਵੀ ਉਹਨੂੰ ਪਰੋਲ ਦਾ ਜਿਹੜਾ ਆ ਉਹਨੂੰ ਸਹੂਲਤ ਸਰਕਾਰਾਂ ਦੇ ਸਕਦੀਆਂ। ਵੱਡੇ ਇਕੱਠ ਹੋਏ ਨੇ, ਸਲਾਬਤਪੁਰਾ ਵਿੱਚ ਵੀ ਹੋਇਆ ਇੱਕ ਰੈਲੀ, ਉਸ ਤੋਂ ਪਹਿਲਾਂ 15-20 ਦਿਨ ਹੋਈ ਆ ਅੰਦੋਲਨ ਦੇ ਖੜੇ ਹੁੰਦੇ ਆ। ਲੱਗ ਰਿਹਾ ਕਿ ਮੌਕੇ ਦੀ ਸਰਕਾਰ ਇਸ ਵਕਤ ਪਰੋਲ ਦੇ ਕੇ ਆਪਣੀ ਵੋਟ ਦੀ ਰਾਜਨੀਤੀ ਨੂੰ ਸਟਰੋਂਗ ਕਰਨ ਲਈ, ਆਪਣੀ ਵੋਟ ਦੀ ਰਾਜਨੀਤੀ ਨੂੰ ਸਾਧਣ ਲਈ ਕੋਈ ਇੱਦਾਂ ਦਾ ਕੋਈ ਹੋ ਸਕਦਾ, ਤਾਂ ਕੀ ਤੁਹਾਡੀ ਫਿਰ ਕਾਨੂੰਨੀ ਚਾਰਾਜੋਈ ਕੀ ਹੋਊਗੀ? ਮੇਰਾ ਇਹ ਮੰਨਣਾ ਹੈ ਜੀ ਕਿ ਅਸੀਂ ਇਹ 16-17 ਸਾਲ ਜਿਹੜਾ ਸੰਘਰਸ਼ ਕੀਤਾ, ਇਸ ਸੰਘਰਸ਼ ਨੂੰ ਅਸੀਂ ਬਿਲਕੁਲ ਕਾਨੂੰਨੀ ਤੌਰ ਨਾਲ ਲੜਿਆ। ਕਿਤੇ ਵੀ ਅਸੀਂ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ, ਕੋਈ ਗੈਰ ਕਾਨੂੰਨੀ ਢੰਗ ਨਾਲ ਇਹਦੇ ਵਿੱਚ ਕੋਈ ਸਟੈਪ ਨਹੀਂ ਚੱਕਿਆ। ਕਾਨੂੰਨੀ ਤੌਰ ਤੇ ਅਸੀਂ ਇਹ ਸਾਰਾ ਸੰਘਰਸ਼ ਇਸ ਨੂੰ ਅੰਜਾਮ ਤੱਕ ਪਹੁੰਚਾਇਆ। ਔਰ ਮਤਲਬ ਅੱਜ ਜਿਹਦੇ ਸਦਕਾ ਮਤਲਬ ਇਹ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਜੋ ਹੈ ਉਹ ਅੱਜ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੈ। ਲੇਕਿਨ ਜਿੰਨਾ ਮਤਲਬ ਇਸ ਬੰਦੇ ਨੇ ਸਿੱਖ ਕੌਮ ਦੇ ਖਿਲਾਫ ਬੇਅਦਬੀਆਂ ਉਹਨਾਂ ਦੀਆਂ ਕੀਤੀਆਂ ਗੁਰਮੀਤ ਰਾਮ ਰਹੀਮ ਨੇ, ਔਰ ਉਹਦਾ ਰੋਸ ਜਿੰਨਾ ਸਿੱਖ ਕਮਿਊਨਿਟੀ ਦੇ ਵਿੱਚ ਹੈਗਾ, ਹਜੇ ਵੀ ਹੈ, ਐਸਾ ਨਹੀਂ ਕਿ ਹੁਣ ਨਹੀਂ ਹੈ, ਹੈਗਾ। ਲੇਕਿਨ 2017 ਦੇ ਵਿੱਚ ਜਦੋਂ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਸਲਾਖਾਂ ਪਿੱਛੇ ਚਲਿਆ ਗਿਆ, ਤਾਂ ਅਸੀਂ ਸਮਝਦੇ ਹਾਂ ਕਿ ਅਸੀਂ ਜਿਸ ਕੰਮ ਲਈ ਅਸੀਂ ਉਹਦੇ ਸਾਮਰਾਜ ਨੂੰ ਨੇਸਤਾ ਨਬੂਦ ਕਰਨ ਲਈ ਜਿਹੜਾ ਇੰਨਾ ਲੰਮਾ ਸੰਘਰਸ਼ ਜਿਹੜਾ ਕੀਤਾ, ਅੱਜ ਜੇ ਪੰਜਾਬ ਦੀ ਧਰਤੀ ਤੋਂ ਦੁਬਾਰਾ ਫਿਰ ਉਹਦੇ ਮੁਝਦੇ ਹੋਏ ਦੀਵੇ ਦੇ ਵਿੱਚ ਤੇਲ ਪਾਉਣ ਲਈ ਇੰਨਾ ਵੱਡਾ ਇਕੱਠ ਹੋਵੇ ਸਲਾਬਤਪੁਰੇ ਦੇ ਵਿੱਚ, ਔਰ ਪੰਜਾਬ ਦੀ ਧਰਤੀ ਤੋਂ ਦੁਬਾਰਾ ਇੱਕ ਸੰਜੀਵਨੀ ਡੇਰੇ ਸੱਚੇ ਸੌਦੇ ਦੇ ਮੁਖੀ ਨੂੰ ਮਿਲੇ, ਇਦੋਂ ਵੱਡੀ ਮੰਦਭਾਗੀ ਘਟਨਾ ਕੁਛ ਨਹੀਂ ਹੋ ਸਕਦੀ। ਅਸੀਂ ਇਹ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਸਿੱਖੀ ਤੋਂ ਵੀ ਉਮੀਦ ਕਰਦੇ ਹਾਂ, ਪੰਜਾਬ ਦੀ ਆਉਣ ਵਾਲੀ ਪੀੜ੍ਹੀ ਤੋਂ ਵੀ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਡੇਰਿਆਂ ਤੋਂ ਜਿਨ੍ਹਾਂ ਨੇ ਪਖੰਡ ਦੇ ਨਾਂ ਤੇ, ਅੰਧ ਆਸਥਾ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕੀਤਾ, ਲੋਕਾਂ ਦਾ ਸ਼ੋਸ਼ਣ ਕੀਤਾ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਐਕਸਪਲੋਇਟ ਕੀਤਾ, ਉਹਨਾਂ ਦੇ ਜਵਾਨ ਪੁੱਤਰਾਂ ਨੂੰ ਨਪੁੰਸਕ ਬਣਾ ਕੇ ਉਹਨਾਂ ਨੂੰ ਕਿਤੋਂ ਜੋਗਾ ਨਾ ਛੱਡਿਆ, ਤਾਂ ਅਜਿਹੇ ਡੇਰਿਆਂ ਤੋਂ, ਅਜਿਹੇ ਮੁਖੀਆਂ ਤੋਂ ਬਚੋ। ਔਰ ਇਹਨਾਂ ਤੋਂ ਹਜੇ ਵੀ ਸਾਨੂੰ ਬਚਣ ਦੀ ਲੋੜ ਹੈ। ਔਰ ਜੇ ਅੱਜ ਉਹ ਢਹਿੰਦੀ ਕਲਾਂ ਦੇ ਵਿੱਚ ਤਾਂ ਦੁਬਾਰਾ ਤੋਂ ਉਹਦੇ ਦੀਵੇ ਦੇ ਵਿੱਚ ਜੇ ਪੰਜਾਬ ਦੇ ਲੋਕ ਤੇਲ ਪਾ ਕੇ ਦੁਬਾਰਾ ਉਹਨੂੰ ਫਿਰ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਇਦੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਔਰ ਸਾਡਾ ਜਿਹੜਾ 17 ਸਾਲ ਦਾ ਸੰਘਰਸ਼ ਹੈ, ਜੇ ਅੱਜ ਦੁਬਾਰਾ ਅਸੀਂ ਮਤਲਬ ਉਹ ਪੰਜਾਬ ਦੀ ਧਰਤੀ ਤੋਂ ਦੁਬਾਰਾ ਉਹਨੂੰ ਕਿਤੇ ਜੇ ਇੱਕ ਸਪੋਰਟ ਮਿਲਦੀ ਹੈ, ਔਰ ਉਹਦੇ ਵਾਸਤੇ ਸਲਾਬਤਪੁਰੇ ਜੋ ਇਕੱਠ ਹੋਇਆ, ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਕਰਕੇ, ਯੂਪੀ ਦੇ ਵਿੱਚ ਇਲੈਕਸ਼ਨ ਕਰਕੇ ਇੱਕ ਕਿਤੇ ਨਾ ਕਿਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਡੇਰਾ ਸੱਚਾ ਸੌਦਾ ਵੱਲੋਂ। ਔਰ ਉਸ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਸਿਆਸੀ ਪਾਰਟੀਆਂ ਔਰ ਸਿਆਸੀ ਨੁਮਾਇੰਦੇ ਜਿਹੜੇ ਨੇ ਉਹ ਜਾ ਕੇ ਉੱਥੇ ਹਾਜ਼ਰੀ ਭਰ ਰਹੇ ਨੇ, ਇਦੋਂ ਮੰਦਭਾਗੀ ਘਟਨਾ ਹੋਰ ਕੁਛ ਨਹੀਂ ਹੋ ਸਕਦੀ। ਇੱਕ ਸ਼ਰਮਨਾਕ ਘਟਨਾ ਹੈ ਉਹਨਾਂ ਸਿਆਸੀ ਲੀਡਰਾਂ ਦੇ ਲਈ, ਕਿਉਂਕਿ ਇੱਕ ਬੰਦਾ ਜਿਹੜਾ ਡੇਰੇ ਦਾ ਜਿਹੜਾ ਮੁਖੀਆ ਹੈ, ਉਹਨੇ ਡੇਰੇ ਦੇ ਅੰਦਰ ਕੀ ਕੀ ਕਰਤੂਤਾਂ ਕੀਤੀਆਂ, ਇੱਕ ਰੇਪਿਸਟ ਹੈ, ਇੱਕ ਮਰਡਰਰ ਹੈ, ਜਿਹਦੇ ਉੱਤੇ ਸਾਡੀ ਮਾਣਯੋਗ ਅਦਾਲਤ ਨੇ ਸਟੈਂਪ ਲਾ ਦਿੱਤੀ। ਜੇ ਅੱਜ ਵੀ ਉਹਦੇ ਡੇਰੇ ਦੇ ਵਿੱਚ ਜਾ ਕੇ ਸਿਆਸੀ ਲੀਡਰ ਪੰਜਾਬ ਦੇ ਉੱਥੇ ਹਾਜ਼ਰੀ ਭਰ ਰਹੇ ਨੇ,
ਤਾਂ ਇਦੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਤਾਂ ਪੰਜਾਬ ਦੇ ਲੋਕਾਂ ਨੂੰ ਅਜਿਹੇ ਲੀਡਰਾਂ ਤੋਂ ਸਵਾਲ ਪੁੱਛਣਾ ਜ਼ਰੂਰ ਬਣਦਾ ਹੈ। ਅਸੀਂ ਵੀ ਪੁੱਛਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਵੀ ਪੁੱਛਣਾ ਚਾਹੀਦਾ ਹੈ। ਜਦੋਂ ਉਹ ਤੁਹਾਡੇ ਦਰਾਂ ਤੇ ਆਉਣ ਤਾਂ ਉਹਨਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਓ ਕਿ ਇੱਕ ਰੇਪਿਸਟ, ਇੱਕ ਮਰਡਰਰ ਦੀ ਹਾਜ਼ਰੀ ਭਰਨ ਤੁਸੀਂ ਕਿਉਂ ਜਾ ਰਹੇ ਹੋ? ਤੁਸੀਂ ਕਿਉਂ ਦੁਬਾਰਾ ਅਜਿਹੇ ਡੇਰੇ ਨੂੰ ਸ਼ਹਿ ਦੇ ਰਹੇ ਹੋ? ਤਾਂ ਇਹ ਸਵਾਲ ਪੁੱਛਣਾ ਲਾਜ਼ਮੀ ਬਣਦਾ ਹੈ ਪੰਜਾਬ ਦੇ ਲੋਕਾਂ ਨੂੰ। ਔਰ ਅਸੀਂ ਇਹ ਮੰਨਦੇ ਹਾਂ ਕਿ ਜੇ ਪੰਜਾਬ ਦੀ ਸਿੱਖੀ ਦੀ ਜੇ ਕਿਤੇ ਕੋਈ ਸਿੱਖ ਕੌਮ ਦੀ ਔਰ ਸਿੱਖ ਧਰਮ ਦੀ ਬੇਅਦਬੀ ਦੀ ਜੇ ਕੋਈ ਗੱਲ ਆਉਂਦੀ ਹੈ, ਔਰ ਪਿੱਛੇ ਜੇ ਜਿਵੇਂ ਅਸੀਂ ਵੇਖਿਆ ਦਿੱਲੀ ਦੇ ਬਾਰਡਰ ਤੇ ਇੱਕ ਮਰਡਰ ਹੋਇਆ ਬੇਅਦਬੀ ਦੇ ਨਾਮ ਤੇ, ਫਿਰ ਕਪੂਰਥਲੇ ਇੱਕ ਮਰਡਰ ਹੋਇਆ ਬੇਅਦਬੀ ਦੇ ਨਾਮ ਤੇ। ਤਾਂ ਉਹ ਜਿਹੜੇ ਨਿਹੱਥੇ ਲੋਕ ਸਨ, ਗਰੀਬ ਜਿਹੇ ਲੋਕ ਸਨ, ਜਿਨ੍ਹਾਂ ਨੂੰ ਤੁਸੀਂ ਬੇਅਦਬੀ ਦੇ ਨਾਮ ਤੇ ਬਲੀ ਚੜ੍ਹਾ ਦਿੱਤਾ, ਤਾਂ ਉਹਨਾਂ ਨੂੰ ਮਾਰਨਾ ਬੜਾ ਸੌਖਾ ਹੈ। ਜਿਹੜੇ ਬੰਦੇ ਨੇ, ਗੁਰਮੀਤ ਰਾਮ ਰਹੀਮ ਨੇ ਲਗਾਤਾਰ ਕਈ ਸਾਲਾਂ ਤੱਕ ਸਿੱਖ ਕੌਮ ਦੀ, ਸਿੱਖ ਧਰਮ ਦੀ ਬੇਅਦਬੀ ਕੀਤੀ, ਉਹਦਾ ਘਾਣ ਕੀਤਾ, ਉਹਦੇ ਵੱਲੋਂ ਕਿਰਪਾਨ ਕਿਸੇ ਦੀ ਨਹੀਂ ਗਈ, ਤਾਂ ਉੱਥੇ ਅੱਜ ਤੱਕ ਕਿਸੇ ਦੀ ਕਿਰਪਾਨ, ਕਿਸੇ ਦੀ ਤੇਗ ਕਿਉਂ ਨਹੀਂ ਚੱਲੀ? ਉੱਥੇ ਕਿਸੇ ਦਾ ਜ਼ੋਰ ਕਿਉਂ ਨਹੀਂ ਚੱਲਿਆ? ਔਰ ਜੇ ਅੱਜ 17 ਸਾਲਾਂ ਦੇ ਸੰਘਰਸ਼ ਤੋਂ ਬਾਅਦ ਜੇ ਉਹ ਬੰਦਾ ਸਲਾਖਾਂ ਦੇ ਪਿੱਛੇ ਹੈ ਤੇ ਪੰਜਾਬ ਦੀ ਧਰਤੀ ਤੋਂ ਉਹਨੂੰ ਫਿਰ ਦੁਬਾਰਾ ਇੱਕ ਲੌ ਮਿਲ ਰਹੀ ਹੈ, ਤਾਂ ਇਹ ਬੜੀ ਮੰਦਭਾਗੀ ਘਟਨਾ ਹੈ। ਅਸੀਂ ਇਹ ਚਾਹਾਂਗੇ ਪੰਜਾਬ ਦੇ ਲੋਕਾਂ ਤੋਂ, ਪੰਜਾਬ ਦੀ ਧਰਤੀ ਤੋਂ, ਪੰਜਾਬ ਦੀ ਸਿੱਖੀ ਤੋਂ ਕਿ ਇਹ ਸਵਾਲ ਪੁੱਛਣਾ ਲਾਜ਼ਮੀ ਬਣਦਾ ਸਿਆਸੀ ਲੀਡਰਾਂ ਨੂੰ ਵੀ ਇਹ ਦੁਬਾਰਾ ਤੋਂ ਜੇ ਤੁਸੀਂ ਉਹਨਾਂ ਦੇ ਦਰਾਂ ਤੇ ਜਾ ਰਹੇ ਹੋ ਤਾਂ ਕਿਉਂ ਜਾ ਰਹੇ ਹੋ? ਜੀ ਅੰਸ਼ਲ ਜੀ, ਇਹ ਕਹਿੰਦੇ ਹੁੰਦੇ ਲੰਬੀ ਲੜਾਈ ਜਦੋਂ ਕੋਰਟਾਂ ਕਚਹਿਰੀਆਂ ਦੇ ਲੜਦੇ ਆ ਤੇ ਚਾਹੇ ਪੀੜਤ ਹੋਵੇ ਤੇ ਚਾਹੇ ਕੋਈ ਵੀ ਇਸ ਕੇਸਾਂ ਨਾਲ ਜੁੜਿਆ ਹੋਵੇ ਤਾਂ ਲਗਭਗ ਕਾਨੂੰਨ ਦੀ ਕਾਫੀ ਉਹਨੂੰ ਵੀ ਜਾਣਕਾਰੀ ਹੋ ਜਾਂਦੀ। ਕੀ ਤੁਹਾਡੇ ਵਕੀਲਾਂ ਦੀ ਨਾਲ ਗੱਲ ਹੋਈ ਵੀ ਕੀ ਬਕਾਇਦਾ ਤੌਰ ਤੇ ਜਾਂ ਤੁਹਾਡੀ ਸਮਝ ਕਹਿੰਦੀ ਆ ਵੀ ਇਹਨੂੰ ਸਰਕਾਰ ਪਰੋਲ ਦੇ ਸਕਦੀ, ਜਾਂ ਤੁਹਾਡੀ ਅਗਲੀ ਜੇ ਦਿੰਦੀ ਸਰਕਾਰ ਪਰੋਲ ਤਾਂ ਫਿਰ ਤੁਹਾਡਾ ਕੀ ਚਾਰਾ ਜੋ ਹੋਊਗੀ? ਜੀ ਬਿਲਕੁਲ, ਇਹ ਪਿਛਲੇ ਸਵਾਲ ਦੇ ਵਿੱਚ ਵੀ ਤੁਹਾਡਾ ਇਹੀ ਜ਼ਿਕਰ ਸੀ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਦਿਨ ਸਾਡਾ ਇਹ ਸੰਘਰਸ਼ ਸ਼ੁਰੂ ਹੋਇਆ 2002 ਦੇ ਵਿੱਚ, ਤਾਂ 2002 ਤੋਂ ਲੈ ਕੇ 25 ਅਗਸਤ 2017 ਨੂੰ ਜਦੋਂ ਪਹਿਲੇ ਦਿਨ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ, ਇਹ ਸਾਰੇ ਵਿਚਾਲੇ ਵਾਲਾ ਜਿਹੜਾ ਵਕਫਾ ਸੀ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਦੇ ਵੀ, ਮਤਲਬ ਸਾਡੇ ਜਿਹੜੇ ਪੰਜ ਚਾਰਾਂ ਦਾ ਸਰਕਲ ਸੀ ਉਹਨਾਂ ਨੂੰ ਛੱਡ ਕੇ ਸਾਨੂੰ ਸ਼ਾਇਦ ਹੀ ਕਦੇ ਕੋਈ ਅਜਿਹਾ ਆਦਮੀ ਮਿਲਿਆ ਹੋਵੇ ਜਿਨੇ ਇਹ ਗੱਲ ਕਹੀ ਹੋਵੇ ਵੀ ਠੀਕ ਹੈ ਜੀ, ਇਸ ਬੰਦੇ ਨੂੰ ਸਜ਼ਾ ਹੋਊਗੀ, ਇਹਨੂੰ ਇਹਦੀਆਂ ਕੀਤੀਆਂ ਦਾ ਫਲ ਮਿਲੂਗਾ। ਸਾਨੂੰ ਲੋਕ ਹਮੇਸ਼ਾ ਇਹੀ ਕਹਿੰਦੇ ਰਹੇ ਕਿ ਇਹਦਾ ਦੇਖੋ ਜੀ ਸਿਆਸੀ ਪਾਰਟੀਆਂ ਦੇ ਵਿੱਚ, ਸਿਆਸਤ ਦੇ ਵਿੱਚ ਇੰਨਾ ਰਸੂਖ ਹੈ, ਕੇਂਦਰ ਸਰਕਾਰ ਵਿੱਚ, ਸਟੇਟ ਗੌਰਮੈਂਟ ਦੇ ਵਿੱਚ ਇਹਦਾ ਇੰਨਾ ਦਖਲਅੰਦਾਜ਼ੀ ਹੈ, ਇੰਨਾ ਰਸੂਖ ਹੈ, ਤਾਂ ਇਹਦਾ ਤਾਂ ਵਾਲ ਵੀ ਵਿੰਗਾ ਨਹੀਂ ਹੋਣਾ, ਤੁਸੀਂ ਉਹੀ ਮੂਰਖਤਾ ਕਰੀ ਜਾਂਦੇ ਹੋ, ਆਪਣਾ ਟਾਈਮ ਵੇਸਟ ਕਰੀ ਜਾਂਦੇ ਹੋ ਔਰ ਪੈਸਾ ਵੀ ਖਰਚ ਕਰੀ ਜਾਂਦੇ ਹੋ, ਤੁਹਾਡਾ ਕੁਛ ਵਟੀਣਾ ਤੇ ਹੈ ਨਹੀਂ। ਤਾਂ ਸਾਨੂੰ ਲੋਕਾਂ ਦੀ ਕਰੀਬ ਇਹੀ ਟਿੱਪਣੀ ਹੁੰਦੀ ਸੀ, ਲੇਕਿਨ ਸਾਨੂੰ ਇੱਕ ਯਕੀਨ ਸੀ ਆਪਣੇ ਉੱਪਰ, ਆਪਣੇ ਸੰਘਰਸ਼ ਦੇ ਉੱਪਰ, ਸਾਡੇ ਫਾਦਰ ਦੇ ਕੁਰਬਾਨੀ ਦੇ ਉੱਪਰ ਵੀ ਯਕੀਨ ਸੀ ਕਿ ਉਹਨਾਂ ਨੇ ਜਿਹੜੀ ਇੱਕ ਸੱਚ ਦੀ ਆਵਾਜ਼ ਬੁਲੰਦ ਕੀਤੀ, ਉਹਨਾਂ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ ਔਰ ਉਹ ਕਿਤੇ ਨਾ ਕਿਤੇ ਕਿਸੇ ਰਿਜ਼ਲਟ ਤੇ ਜ਼ਰੂਰ ਪਹੁੰਚੇਗੀ। ਅਸੀਂ ਉਹ ਕੁਰਬਾਨੀ ਦੇ ਜਿਹੜਾ ਉਹਨਾਂ ਦਾ ਜਜ਼ਬਾ ਸੀ ਉਹੀ ਸਾਡੇ ਲਈ ਕਿਤੇ ਨਾ ਕਿਤੇ ਇੱਕ ਪ੍ਰੇਰਣਾ ਬਣਿਆ। ਅਸੀਂ ਉਸੇ ਚੀਜ਼ ਨੂੰ ਲੈ ਕੇ ਚੱਲਦੇ ਰਹੇ। ਇੱਕ ਸਾਡਾ ਸੰਘਰਸ਼ ਜਿਹੜਾ ਸੀ ਉਹ ਇੱਥੋਂ ਤੱਕ ਪਹੁੰਚਿਆ ਔਰ 2017 ਦੇ ਵਿੱਚ ਜਿਸ ਦਿਨ ਉਹਨੂੰ ਸਜ਼ਾ ਹੋਈ 25 ਅਗਸਤ 2017 ਨੂੰ, ਤਾਂ ਉਸ ਤੋਂ ਪਹਿਲਾਂ CBI ਇਨਵੈਸਟੀਗੇਸ਼ਨ ਵਾਲਾ ਦੌਰ ਚੱਲਿਆ। CBI ਇਨਵੈਸਟੀਗੇਸ਼ਨ ਤੋਂ ਬਾਅਦ ਇਹਨੂੰ ਇੱਕ ਐਕਿਊਜ਼ਡ ਬਣਾਉਣ ਤੋਂ ਬਾਅਦ ਜਿਹੜਾ ਲੰਮਾ ਅਦਾਲਤੀ ਦੌਰ ਚੱਲਿਆ। ਤਾਂ ਇਹ ਸਟੈਪ ਬਾਈ ਸਟੈਪ, ਪਹਿਲਾਂ ਲੋਕ ਕਹਿੰਦੇ ਸੀ ਕਿ ਉਹਨੇ ਅਦਾਲਤ ਨਹੀਂ ਜਾਣਾ, ਜਦੋਂ ਉਹ ਅਦਾਲਤ ਚਲੇ ਗਿਆ, ਅਦਾਲਤ ਦੀ ਦਹਲੀਜ਼ ਤੇ ਅਸੀਂ ਉਹਨੂੰ ਚਾੜ ਦਿੱਤਾ। ਉਦੋਂ ਬਾਅਦ ਲੋਕ ਕਹਿਣ ਲੱਗੇ ਕਿ ਇਹਦਾ CBI ਇਹਨੂੰ ਬਚਾ ਲਊਗੀ। CBI ਨੇ ਜਦੋਂ ਉਹਨੂੰ ਮੁਲਜ਼ਮ ਬਣਾਇਆ ਤਾਂ ਉਸ ਤੋਂ ਬਾਅਦ ਕਹਿਣ ਲੱਗੇ ਕਿ ਅਦਾਲਤ ਬਚਾ ਲਊਗੀ। ਤਾਂ ਅਦਾਲਤ ਨੇ ਜਦੋਂ ਉਹਨੂੰ ਮੁਜਰਮ ਤੈਅ ਕਰ ਦਿੱਤਾ ਤਾਂ ਲੋਕ ਕਹਿਣ ਲੱਗੇ ਵੀ ਸਜ਼ਾ ਤੇ ਹੋ ਗਈ ਹੈ ਪਰ ਇਹਨੇ ਮਹੀਨੇ ਦੋ ਬਾਅਦ ਬਾਹਰ ਜਾਣਾ ਹੀ ਹੈ। ਪਰ ਸਾਡਾ ਯਕੀਨ ਇਹ ਕਹਿੰਦਾ ਸੀ ਕਿ ਨਹੀਂ, ਇਹਨੂੰ ਕੋਈ ਵੀ ਅਦਾਲਤ ਕਿਸੇ ਵੀ ਹਾਲਾਤ 'ਚ ਰਿਲੀਫ ਨਹੀਂ ਦੇ ਸਕਦੀ। ਸਾਡਾ ਇਹ ਯਕੀਨ ਹੈ, ਅਸੀਂ ਜਿਹੜਾ ਸੰਘਰਸ਼ ਕੀਤਾ ਇਹ ਅਜਾਈ ਨਹੀਂ ਜਾਏਗਾ, ਸਾਡਾ ਇਹ ਯਕੀਨ ਹੈ। ਉਹ ਬੰਦਾ
25 ਅਗਸਤ 2017 ਨੂੰ ਉਹਨੂੰ ਸਜ਼ਾ ਹੋਈ ਔਰ ਜਿਨ੍ਹਾਂ ਕਰਤੂਤਾਂ ਕਰਕੇ ਉਹ ਅੰਦਰ ਗਿਆ ਔਰ ਉਸ ਤੋਂ ਬਾਅਦ ਜਾਣ ਲੱਗਿਆਂ ਉਹਨਾਂ ਨੇ ਜੋ ਕਰਤੂਤਾਂ ਕੀਤੀਆਂ ਉਹਨੇ ਜਾਂ ਉਹਦੇ ਚੇਲਿਆਂ ਨੇ, ਤਾਂ ਉਹ ਸਾਡੇ ਸਾਰੇ ਦੇਸ਼ ਨੇ ਵੇਖਿਆ, ਪੂਰੇ ਵਰਲਡ ਨੇ ਵੇਖਿਆ ਕਿ ਕਿਹੜੇ ਤਰੀਕੇ ਨਾਲ ਉਹਨੇ ਤਬਾਹੀ ਮਚਾਈ। ਪੰਚਕੂਲਾ ਜਿਹੜਾ ਕਿ ਖੂਨੀ ਸ਼ਹਿਰ ਬਣ ਗਿਆ। ਜੀ ਬਿਲਕੁਲ। ਅਸੀਂ ਜਿਹੜੀ ਗੱਲ ਲਗਾਤਾਰ 16-17 ਸਾਲ ਮੀਡੀਆ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਰਿਪੀਟ ਕਰਦੇ ਰਹੇ, ਸਾਡੇ ਫਾਦਰ ਨੇ ਜਿਹੜੀ ਗੱਲ ਨੂੰ ਆਪਣੇ ਅਖਬਾਰ ਦੇ ਰਾਹੀਂ ਮੈਸੇਜ ਦਿੱਤਾ ਕਿ ਇਹ ਕੋਈ ਧਾਰਮਿਕ ਸੰਗਠਨ ਨਹੀਂ, ਇਹ ਇੱਕ ਅੱਤਵਾਦੀ ਸੰਗਠਨ ਨੇ, ਇਹਨਾਂ ਦੀਆਂ ਕਰਤੂਤਾਂ ਅਜਿਹੀਆਂ ਨੇ, ਇਹ ਕਾਲੇ ਕਾਰਨਾਮੇ ਕਰ ਰਹੇ ਨੇ ਔਰ ਇਸ ਤੋਂ ਜ਼ਿਆਦਾ ਇਹਨਾਂ ਦਾ ਹੋਰ ਕੁਝ ਨਹੀਂ ਹੈ। ਤਾਂ ਉਸ ਚੀਜ਼ ਦੇ ਉੱਤੇ ਉਸ ਦਿਨ ਉਹਨਾਂ ਨੇ ਮੋਹਰ ਲਾ ਦਿੱਤੀ 25 ਅਗਸਤ 2017 ਨੂੰ, ਆਪ ਹੀ ਡੇਰੇ ਸੱਚੇ ਸੌਦੇ ਵਾਲਿਆਂ ਨੇ, ਕਿ ਉਹਨਾਂ ਦਾ ਅਸਲੀ ਕਰੈਕਟਰ ਕੀ ਹੈ। ਤੁਹਾਨੂੰ ਲੱਗਦਾ ਕਿ ਨਹੀਂ ਪਰੋਲ ਸਰਕਾਰ ਦੇ ਸਕਦੀ? ਸਰਕਾਰ ਦਾ ਉਸ ਤੋਂ ਬਾਅਦ ਠੀਕ ਹੈ ਕਿ ਨੋ ਡਾਊਟ ਅਸੀਂ ਲਗਾਤਾਰ ਵੇਖਦੇ ਆਏ ਹਾਂ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਆਈਆਂ ਉਹਨਾਂ ਨੇ ਉਹਨੂੰ ਸਪੋਰਟ ਜ਼ਰੂਰ ਕੀਤਾ, ਲੇਕਿਨ ਸਾਨੂੰ ਸਾਡੇ ਉਹਦੇ ਤੇ ਹਮੇਸ਼ਾ ਕਿਤੇ ਨਾ ਕਿਤੇ ਮਤਲਬ ਇਹ ਆਪਣੇ ਉਹਦੇ ਤੇ ਯਕੀਨ ਰਿਹਾ, ਸਾਡੀ ਨਿਆਂ ਪ੍ਰਣਾਲੀ ਤੇ ਸਾਡੇ ਲੋਕਤੰਤਰਿਕ ਸਿਸਟਮ ਤੇ, ਵੀ ਅਸੀਂ ਆਪਣੇ ਹੱਕ ਭਾਵੇਂ ਸਾਨੂੰ ਖੋਹ ਕੇ ਲੈਣੇ ਪਏ ਅਸੀਂ ਲਵਾਂਗੇ ਜ਼ਰੂਰ। ਔਰ ਉਹਨਾਂ ਹੱਕਾਂ ਲਈ ਅਸੀਂ ਲੜਦੇ ਰਹੇ, ਇਨਸਾਫ ਲਈ ਲੜਦੇ ਰਹੇ, ਸਾਨੂੰ ਇਨਸਾਫ ਦਿੱਤਾ ਸਾਡੀ ਮਾਣਯੋਗ ਨਿਆਂਪਾਲਕਾਂ ਨੇ। ਤੇ ਸਾਨੂੰ ਅੱਜ ਵੀ ਯਕੀਨ ਹੈ ਕਿ ਜੇ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਵੀ ਸਰਕਾਰ ਜੇ ਇਹਦੇ 'ਚ ਆਪਣੇ ਵੋਟ ਬੈਂਕ ਦੇ ਗੰਦੇ ਲਾਲਚ ਨੂੰ ਮੁੱਖ ਰੱਖਦੇ ਹੋਏ ਗੁਰਮੀਤ ਰਾਮ ਰਹੀਮ ਨੂੰ ਕਿਤੇ ਵੀ ਕੋਈ ਪੈਰੋਲ ਦਾ ਰਿਲੀਫ ਦੇਣ ਦੀ ਸੋਚਦੀ ਹੈ, ਜੋ ਕਿ ਵਿੱਚੋਂ ਪਹਿਲਾਂ ਵੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਔਰ ਅਸੀਂ ਲਗਾਤਾਰ ਡਟ ਕੇ ਉਹਦਾ ਵਿਰੋਧ ਕਰਦੇ ਰਹੇ ਹਰ ਤਰੀਕੇ ਨਾਲ। ਅਸੀਂ ਬਿਊਰੋਕਰੇਟਸ ਨੂੰ, ਇੱਥੇ ਸਰਸੇ ਦੇ DC ਸਾਹਿਬ ਨੂੰ ਵੀ ਅਸੀਂ ਮਿਲੇ ਔਰ ਉਹਨਾਂ ਨੂੰ ਜਾਣੂ ਕਰਵਾਇਆ ਕਿ ਜਦੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਈ ਤਾਂ ਕਿੰਨੀ ਪਬਲਿਕ ਪ੍ਰਾਪਰਟੀ ਦਾ ਸੱਤਿਆਨਾਸ਼ ਕੀਤਾ ਇਹਨਾਂ ਲੋਕਾਂ ਨੇ, ਕਿੰਨਾ ਤਹਿਸ ਨਹਿਸ ਕੀਤਾ ਸਿਸਟਮ ਨੂੰ, ਆਮ ਪਬਲਿਕ ਨੇ ਕਿੰਨਾ ਝੱਲਿਆ ਉਸ ਚੀਜ਼ ਨੂੰ, ਕਿੰਨੇ ਦਿਨਾਂ ਤੱਕ ਕਰਫਿਊ ਲੱਗਿਆ ਰਿਹਾ, ਸਟੇਟ ਗੌਰਮੈਂਟ ਦੇ ਉੱਤੇ ਕਿੰਨਾ ਬੋਝ ਪਿਆ। ਤਾਂ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਜ਼ੇਰੇ ਨਜ਼ਰ ਰੱਖਦਿਆਂ ਹੋਇਆਂ ਗੁਰਮੀਤ ਰਾਮ ਰਹੀਮ ਨੂੰ ਕੋਈ ਰਿਲੀਫ ਦੇਣਾ ਨਹੀਂ ਬਣਦਾ। ਔਰ ਜੇ ਸਰਕਾਰ ਆਪਣੀ ਆਈ ਤੇ ਆਈ ਤਾਂ ਅਸੀਂ ਫੇਰ ਦੁਬਾਰਾ ਮਾਣਯੋਗ ਨਿਆਂਪਾਲਕਾਂ ਦਾ ਆਸਰਾ ਲਵਾਂਗੇ, ਸਾਨੂੰ ਕਿੱਥੇ ਤੱਕਣ ਵੀ ਜਾਣਾ ਪਿਆ ਅਸੀਂ ਪਹੁੰਚਾਂਗੇ ਔਰ ਇਹਨੂੰ ਕਿਸੇ ਰਿਲੀਫ ਦਾ ਇਹ ਹੱਕਦਾਰ ਨਹੀਂਗਾ। ਇਹਦੀ ਅਸਲੀ ਜਗ੍ਹਾ ਜਿਹੜੀ ਹੈ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੈ, ਕਿਉਂਕਿ ਇਹ ਸੋਸ਼ਲ ਬੰਦਾ ਨਹੀਂਗਾ, ਇਹ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂਗਾ ਇਹ ਪ੍ਰਾਣੀ, ਇਸ ਕਰਕੇ ਇਹਦੀ ਅਸਲੀ ਜਗ੍ਹਾ ਸਲਾਖਾਂ ਦੇ ਪਿੱਛੇ ਹੈ ਔਰ ਇਹਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ। ਅੰਸ਼ਲ ਜੀ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਇਹ ਸਨ ਅੰਸ਼ਲ ਛਤਰਪਤੀ ਜੀ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਪਿਤਾ ਰਾਮਚੰਦਰ ਛਤਰਪਤੀ ਨੇ ਜਿਹੜੀ ਮੁਹਿੰਮ ਨੂੰ, ਜਿਹੜੀ ਇੱਕ ਦੁਨੀਆ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਸੀ, ਉਹਨੂੰ ਅੰਜਾਮ ਦੇਣ ਲਈ ਆਪਣੀ ਜਾਨ ਦੀ ਆਹੂਤੀ ਦਿੱਤੀ। ਤੇ ਅੱਜ ਇੱਕ ਵੱਡਾ ਸਵਾਲ ਉਹਨਾਂ ਨੇ ਇਹ ਗੱਲ ਦਾ ਖੜਾ ਕੀਤਾ ਕਿ ਖਾਸ ਕਰਕੇ ਪੰਜਾਬ ਦੀ ਧਰਤੀ ਲਈ, ਖਾਸ ਕਰਕੇ ਸਿੱਖ ਕਮਿਊਨਿਟੀ ਲਈ, ਵੀ ਜੇਕਰ ਅੱਜ ਜਿਹਨੂੰ ਅਦਾਲਤ ਜਿਸ ਰਾਮ ਰਹੀਮ ਨੂੰ 2 ਕੇਸਾਂ ਦੇ ਵਿੱਚ ਵੱਡੇ ਤੌਰ ਤੇ ਸਜ਼ਾ ਦੇ ਚੁੱਕੀ ਹੈ, ਜਿਹਦੇ ਵਿੱਚ ਸਾਬਤ ਹੋ ਗਿਆ ਕਿ ਉਹ ਜਿਹੜੀਆਂ ਸਾਧਵੀਆਂ ਦੀ ਚਿੱਠੀ ਸੀ ਉਹਨਾਂ ਦੇ ਮੁਤਾਬਕ ਸਾਧ ਬਲਾਤਕਾਰੀ ਦਾ ਐਕਟ ਦੇ ਅਧੀਨ ਸਜ਼ਾ ਭੁਗਤ ਰਿਹਾ ਨੇ, ਇੱਕ ਪੱਤਰਕਾਰ ਨੂੰ ਕਤਲ ਕਰਨ ਦੇ ਜੁਰਮ ਦੇ ਵਿੱਚ ਸਜ਼ਾ ਭੁਗਤ ਰਿਹਾ ਹੈ। ਤੇ ਪੰਜਾਬ ਦੇ ਲੋਕਾਂ ਤੇ ਸਵਾਲ ਇਸ ਵਾਰ ਖੜਾ ਕੀਤਾ ਗਿਆ ਕਿ ਜੇਕਰ ਅੱਜ ਪੰਜਾਬ ਦੇ ਲੋਕ ਫਿਰ ਉਸ ਦੀ ਟੱਠੀ ਹੋਈ ਕੁੱਲੀ ਨੂੰ ਖੜੀ ਕਰਨ ਦੇ ਵਿੱਚ ਆਪਣੇ ਤੀਲੇ ਲਾ ਕੇ, ਆਪਣੀਆਂ ਸੋਟੀਆਂ ਲਾ ਕੇ ਉਹਦੀ ਕੁੱਲੀ ਨੂੰ ਦੁਬਾਰਾ ਉਸਾਰਨ ਦੀ ਕੋਸ਼ਿਸ਼ ਕਰਨਗੇ ਤੇ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਕੀ ਕਰਵਟ ਲੈਂਦੀ ਆ। ਪੰਜਾਬ ਦੀ ਇਲੈਕਸ਼ਨ ਇਸ ਵਾਰ ਭਾਜਪਾ ਦਾ ਉਹਦੀਆਂ ਡੇਰੇ ਦੀਆਂ ਹਾਜ਼ਰੀਆਂ ਭਰ ਕੇ ਵੋਟਾਂ ਲੈਣ ਵਾਲੇ ਲੀਡਰਾਂ ਨੂੰ ਘਰਾਂ ਦੇ ਵਿੱਚ ਗਿਆ ਨੂੰ ਕੋਈ ਸਵਾਲ ਕਰਦੀ ਆ ਜਾਂ ਨਹੀਂ ਕਰਦੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਕੈਮਰਾਮੈਨ JK ਸਿੱਧੂ ਦੇ ਨਾਲ ਗੁਰਨਾਮ ਸਿੰਘ ਬਿਲਗਾ, ਸਿਰਸਾ ਤੋਂ।